तेरे कवण कवण गुण कह कह गावां। तू साहिब गुणी निधाना, तुमरी महिमा वरन न सकूं। तू ठाकर ऊच भगवाना, बो गोचरै शास्त्र खट। पिंग गिरन चढ़ जाए, अंध लखै बदरा सुनै। जो काल कृपा कराए, एक अंकारा सतगुरु। ते प्रसाद सच होए, वाहिगुरु जी की फतेह है। विघ्न विनाशन सोए, वाहिगुरु जी की फतेह है। विघ्न विनाशन सोए, जुगो जुग अटल। चबर छतर तख्त दे मालिक ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੇ ਪਵਿੱਤਰ ਚਰਨਾਂ ਵਿੱਚ ਜਿਤਨੀ ਵੀ ਸੰਗਤ ਜੁੜ ਕੇ ਬੈਠੀ ਹੈ, ਜੋ ਕਰਮ ਜੀਵ ਨੂੰ ਕਰਨ ਵਾਸਤੇ ਗੁਰੂਆਂ ਪੀਰਾਂ ਮਹਾਤਮਾ ਲੋਕਾਂ ਦਾ ਉਪਦੇਸ਼ ਹੈ, ਉਸ ਨੂੰ ਕਮਾਉਣ ਦਾ ਸਮਾਂ ਪ੍ਰਾਪਤ ਹੋਇਆ ਹੈ। ਜਿਸ ਕਰਮ ਦੇ ਕਰਨ ਕਰਕੇ ਨਿਰੰਕਾਰ ਦੀ ਦਰਗਾਹ ਦੇ ਅੰਦਰ ਮਨੁੱਖ ਦਾ ਮੁੱਖ ਸਤਿਕਾਰਿਆ ਜਾਂਦਾ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਉਸ ਪਵਿੱਤਰ ਵਚਨ ਨੂੰ ਮੁੱਖ ਰੱਖਦਿਆਂ ਹੋਇਆਂ ਜਿਹੜੇ ਇਰਦ ਗਿਰਦ ਘੁੰਮਦੇ ਆ, ਉਹ ਜ਼ਰੂਰ ਇਹ ਸਮਾਂ ਸਾਂਭ ਲਿਓ। ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਬਾਣੀ ਜਿਹੜੇ ਪੜ੍ਹਦੇ ਆ ਸੁਖਮਨੀ ਸਾਹਿਬ ਜੀ ਦੀ, ਉਹਦੇ ਵਿੱਚ ਇੱਕ ਬਹੁਤ ਪਵਿੱਤਰ ਵਚਨ ਹੈ। ਵਚਨ ਤਾਂ ਇੱਕੋ ਹੀ ਬਹੁਤ ਹੈ ਜੇ ਸਾਂਭ ਲਿਆ ਜਾਵੇ। ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ। ਐਸਾ ਕਰਮ ਕਰਨ ਦੇ ਨਾਲ ਨਿਰੰਕਾਰ ਦੀ ਦਰਗਾਹ ਵਿੱਚ ਉਸ ਮਨੁੱਖ ਦਾ ਸਤਿਕਾਰ ਕੀਤਾ ਜਾਂਦਾ ਹੈ। ਕਈ ਪੁਰਸ਼ਾਂ ਦਾ ਤਿਰਸਕਾਰ ਵੀ ਕੀਤਾ ਜਾਂਦਾ ਹੈ। ਜਿਹੜੇ ਗਲਤ ਕਰਮ ਕਰਦੇ ਹਨ ਉਹਨਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ, ਜਿਹਦਾ ਜ਼ਿਕਰ ਸ਼ੇਖ ਫਰੀਦ ਸਾਹਿਬ ਜੀ ਨੇ ਆਪਣੀ ਪਵਿੱਤਰ ਬਾਣੀ ਵਿੱਚ ਕੀਤਾ ਹੈ। ਫਰੀਦਾ ਜਿਨੇ ਕਮੜੀ ਨਾਹੀ ਗੁਣ, ਤੇ ਕਮੜੇ ਵਿਸਾਰ। ਮਤ ਸ਼ਰਮਿੰਦਾ ਥੀ ਵੀ ਸਾਈਂ ਦੇ ਦਰਬਾਰ। ਉੱਥੇ ਜਾ ਕੇ ਸ਼ਰਮਿੰਦਾ ਹੋਣਾ ਪਵੇਗਾ। ਜਿੰਨੇ ਵੀ ਧਾਰਮਿਕ ਗ੍ਰੰਥ ਨੇ, ਹਿੰਦੁਸਤਾਨ ਦੀ ਪਵਿੱਤਰ ਧਰਤੀ ਹੈ, ਸਾਰੀ ਦੁਨੀਆ ਦੇ ਨਕਸ਼ੇ ਤੋਂ ਇੱਕੋ ਹੀ ਮੁਲਕ ਹੈ। ਬਹੁਤ ਵੱਡਾ ਤਾਂ ਨਹੀਂ ਹੈ, ਪਰ ਇਹਦੇ ਵਿੱਚੋਂ ਬਹੁਤ ਸਾਰੇ ਮੁਲਕ ਨਿਕਲੇ ਨੇ, ਪਰ ਇੱਕੋ ਇੱਕ ਧਰਮ ਦੀ ਨਗਰੀ ਹੈ ਸਾਰੀ ਦੁਨੀਆ ਦੇ ਵਿੱਚੋਂ, ਜਿਹਨੂੰ ਕਈ ਨਾਮਾਂ ਦੇ ਨਾਲ ਯਾਦ ਕੀਤਾ ਜਾਂਦਾ। ਕੋਈ ਹਿੰਦੁਸਤਾਨ ਕਹਿੰਦਾ, ਕੋਈ ਇੰਡੀਆ ਕਹਿੰਦਾ, ਕੋਈ ਭਾਰਤ ਕਹਿੰਦਾ, ਕੋਈ ਕਿਸੇ ਨਾਮ ਨਾਲ ਪੁਕਾਰਦੇ ਨੇ। ਇੱਕੋ ਹੀ ਇੱਕ ਇਸ ਧਰਤੀ ਨੂੰ ਮਾਣ ਹੈ ਦੁਨੀਆ ਦੇ ਅੰਦਰ, ਜਿਸ ਧਰਤੀ ਦੇ ਉੱਤੇ ਪੀਰ ਫਕੀਰ ਮਹਾਤਮਾ ਲੋਕ, ਅਵਤਾਰੀ ਲੋਕ, ਉਹ ਤਾਂ ਆਏ ਨੇ। ਉਹਨਾਂ ਨੇ ਜਿੰਨੇ ਪੁਰਾਣ ਨੇ, ਸ਼ਾਸਤਰ ਨੇ, ਸਿਮਰਤੀਆਂ ਨੇ, ਵੇਦ ਨੇ ਜਾਂ ਧਾਰਮਿਕ ਗ੍ਰੰਥ ਜੀਵਾਂ ਨੂੰ ਗਿਆਨ ਦੇਣ ਵਾਸਤੇ ਜੋ ਲਿਖੇ ਨੇ, ਉਹ ਸਾਰੇ ਇਸ ਪਵਿੱਤਰ ਧਰਤੀ 'ਤੇ ਲਿਖੇ ਗਏ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਜ਼ਿਕਰ ਹੈ। ਜਿਨ੍ਹਾਂ ਜਿਨ੍ਹਾਂ ਅਵਤਾਰਾਂ ਨੇ ਇਸ ਧਰਤੀ 'ਤੇ ਜਨਮ ਲਿਆ ਹੈ, ਉਹਨਾਂ ਦਾ ਬੜਾ ਸਤਿਕਾਰ ਅੱਜ ਦੁਨੀਆ ਦੇ ਅੰਦਰ ਹੈ। ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਬੰਸ ਕਹਾਇਓ। ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਥਾਰਥ ਕੀਓ, ਉਗਰ ਸੈਨ ਕੋ ਰਾਜ ਅਪੈ ਭਗਤੈ ਜਨ ਦੀਓ। ਕਲਯੁਗ ਪ੍ਰਮਾਣ ਗੁਰੂ ਨਾਨਕ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ। ਇਹ ਜਿਨ੍ਹਾਂ ਜਿਨ੍ਹਾਂ ਅਵਤਾਰਾਂ ਦਾ ਜ਼ਿਕਰ ਹੈ, ਸਾਰੇ ਇਸ ਧਰਤੀ 'ਤੇ ਹੀ ਪੈਦਾ ਹੋਏ ਆ, ਇਸ ਧਰਤੀ 'ਤੇ ਉਤਰੇ ਆ। ਹਿੰਦੁਸਤਾਨ ਦੀ ਧਰਤੀ ਤੋਂ ਹੋਰ ਵੱਡਾ ਮਾਣ ਹੈ ਪੰਜਾਬ ਦੀ ਧਰਤੀ ਨੂੰ।
ਪੰਜਾਬ ਦੀ ਧਰਤੀ ਦੇ ਵਿੱਚੋਂ ਵੀ ਵੱਡਾ ਮਾਣ ਹੈ, ਦੁਆਬੇ ਦੀ ਧਰਤੀ ਨੂੰ ਵੱਡਾ ਮਾਣ ਹੈ। ਜਿੰਨੇ ਸਾਧੂ ਮਹਾਤਮਾ ਫਕੀਰ ਲੋਕ ਇਸ ਧਰਤੀ 'ਤੇ ਆਏ ਹੈ, ਸ਼ਾਇਦ ਪੰਜਾਬ ਦੀ ਧਰਤੀ ਵਿੱਚ ਕਿਤੇ ਆਏ ਹੋਣ। ਬਾਕੀ ਪੰਜਾਬ ਨੂੰ ਹੋਰ ਵੀ ਵੱਡਾ ਮਾਣ ਹੈ। ਗੁਰੂ ਨਾਨਕ ਦੇਵ ਮਹਾਰਾਜ ਵਰਗੇ ਅਵਤਾਰੀ ਪੁਰਖ, ਸਾਰਿਆਂ ਵਰਨਾਂ ਨੂੰ ਉਪਦੇਸ਼ ਦੇਣ ਵਾਲੇ ਇਸ ਪੰਜਾਬ ਦੀ ਧਰਤੀ 'ਤੇ 10 ਰੂਪਾਂ ਵਿੱਚ ਇਸ ਧਰਤੀ 'ਤੇ ਵਿਚਰੇ ਨੇ। ਉਹੀ 10 ਜੋਤਾਂ ਦਾ ਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਦੁਨੀਆ ਦੇ ਕੋਨੇ-ਕੋਨੇ 'ਤੇ ਬਿਰਾਜਮਾਨ ਨੇ। ਜਿਹੜਾ ਗਿਆਨ ਉਹਨਾਂ ਪੁਰਖਾਂ ਦੇ ਅੰਦਰੋਂ ਪੈਦਾ ਹੋਇਆ ਸੀ, ਉਹ ਗਿਆਨ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਗਜ਼ਾਂ 'ਤੇ ਲਿਖ ਦਿੱਤਾ। ਉਹ ਗਿਆਨ 'ਤੇ ਜੇ ਕੋਈ ਚੱਲਦਾ ਹੈ, ਉਸੇ ਪਦਵੀ 'ਤੇ ਪਹੁੰਚ ਜਾਂਦਾ ਹੈ। ਜਿਹੜੇ ਭਗਤਾਂ ਨੇ ਉਹ ਕਮਾਈ ਕੀਤੀ ਆ, ਉਹਨਾਂ ਭਗਤਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਮਿਲੀ ਆ। ਜਿਨ੍ਹਾਂ ਅਵਤਾਰਾਂ ਨੇ, ਪੁਰਖਾਂ ਨੇ, ਗੁਰਮੁਖਾਂ ਨੇ, ਸਿੱਖਾਂ ਨੇ ਉਹਨਾਂ ਅਵਤਾਰੀ ਪੁਰਖਾਂ ਦਾ ਬਚਨ ਮੰਨਿਆ, ਉਹ ਵੀ ਅੱਜ ਸਤਿਕਾਰੇ ਜਾਂਦੇ ਆ ਦੁਨੀਆ ਵਿੱਚ। ਸੋ ਕੁਛ ਦਿਨਾਂ ਤੋਂ ਸਹਿਜ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਸਨ। ਉਸ ਤੋਂ ਉਪਰੰਤ ਹੁਕਮਨਾਮੇ ਜੋ ਬਹੁਤ ਸਾਰੀ ਸੰਗਤ ਨੇ ਤਾਂ ਸਰਵਣ ਨਹੀਂ ਕੀਤੇ, ਥੋੜ੍ਹਿਆਂ ਨੇ ਕੀਤੇ ਹੋਣਗੇ। ਕੋਈ ਕਲਯੁਗ ਦਾ ਪ੍ਰਭਾਵ ਹੈ, ਜਿਸ ਕਾਰਨ ਕਰਕੇ ਆ ਦੁਨੀਆ ਧਾਰਮਿਕ ਪੱਖ ਤੋਂ ਪਿੱਛੇ ਹਟਦੀ ਜਾਂਦੀ ਹੈ। ਐਡਾ ਵੱਡਾ ਲਾਭ ਕਲਯੁਗ ਦੇ ਵਿੱਚ ਉੱਧਰ ਕਿਤੇ ਮਿਲਣਾ ਨਹੀਂ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਗੁਰਸਿੱਖਾਂ ਨੂੰ ਵਚਨ ਸੀ, ਅਗਰ ਕੋਈ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਕਿਸੇ ਦੇ ਪ੍ਰਾਰੰਭ ਹੋਵੇ, ਜੇ ਮਨੁੱਖ ਸਾਰੇ ਪਾਠ ਨੂੰ ਨਹੀਂ ਸਰਵਣ ਕਰ ਸਕਦਾ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਮਹੱਲਾ 9ਵਾਂ ਪੜ੍ਹਿਆ ਜਾਵੇ, ਉਸ ਤੋਂ ਸਾਰਾ ਬੈਠ ਕੇ ਭੋਗ ਸਰਵਣ ਕਰ ਲਵੇ, ਸਾਰੇ ਸਹਿਜ ਪਾਠ ਦਾ ਫਲ ਉਸ ਮਨੁੱਖ ਨੂੰ ਪ੍ਰਾਪਤ ਹੋ ਜਾਂਦਾ ਹੈ। ਪਰ ਅੱਜ ਬਹੁਤ ਆਤ ਉਹਨਾਂ ਪੁਰਖਾਂ ਦੀ ਹੈ ਜਿਹੜੇ ਇਸ ਗੱਲ ਤੋਂ ਅਣਜਾਣ ਨੇ। ਉਹ ਅਣਜਾਣਤਾ ਨੂੰ ਦੂਰ ਕਰਨ ਵਾਸਤੇ, ਅਗਿਆਨਤਾ ਨੂੰ ਦੂਰ ਕਰਨ ਵਾਸਤੇ ਪੀਰਾਂ ਫਕੀਰਾਂ ਨੇ ਜਨਮ ਲਿਆ ਧਰਤੀ 'ਤੇ। ਅਵਤਾਰਾਂ ਨੇ ਜੋ ਗਿਆਨ ਬਖਸ਼ਿਆ, ਉਹ ਗਿਆਨ ਅੱਗੇ ਲੋਕਾਂ ਨੂੰ ਵੰਡਿਆ, ਦੱਸਿਆ ਭਾਈ ਗੁਰੂ ਇਹ ਕਹਿੰਦੇ ਆ, ਵੇਦ ਸ਼ਾਸਤਰ ਇਹ ਕਹਿੰਦੇ ਆ। ਜੋ ਗੁਰੂ ਗ੍ਰੰਥ ਸਾਹਿਬ ਸਾਂਝੇ ਰਹਿਬਰ ਨੇ, ਕੋਈ ਕਿਸੇ ਦਾ ਹੱਕ ਨਹੀਂ ਹੈ ਇਕੱਲੇ ਗੁਰੂ ਗ੍ਰੰਥ ਸਾਹਿਬ ਜੀ 'ਤੇ, ਸਾਰੀ ਦੁਨੀਆ ਦਾ ਹੀ ਹੱਕ ਹੈ। ਜਿਨ੍ਹਾਂ ਵੀ ਪੁਰਖਾਂ ਨੇ ਨਾਮ ਦੀ ਕਮਾਈ ਕੀਤੀ ਆ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਮਿਲੀ ਹੈ। ਜਿਹੜੇ ਗੁਰੂ ਮੰਨ ਕੇ ਸੇਵਾ ਕਰਦੇ ਆ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਹੱਥ ਲਿਖਤ ਪੋਥੀ ਹੈ, ਬਹੁਤ ਸਾਰੇ ਗੁਰਸਿੱਖਾਂ ਨੂੰ ਜਾਂ ਹੋਰ ਧਰਮਾਂ ਨੂੰ ਵੀ ਇਹ ਭਰਮ ਹੈ। ਕਈਆਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਇਹ ਗੱਲ ਕਿੱਥੇ ਲਿਖੀ ਹੋਈ ਹੈ। ਚੇਤਾ ਰੱਖਿਓ, ਹਜ਼ੂਰ ਸਾਹਿਬ ਦੀ ਧਰਤੀ 'ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਨਾਲ ਰਹਿਣ ਵਾਲੇ ਗੁਰਸਿੱਖਾਂ ਵਿੱਚੋਂ ਇੱਕ ਭਾਈ ਹਰ ਸਿੰਘ ਸਿੱਖ ਹੋਇਆ ਹੈ। ਉਹ ਹਰ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹਰ ਵਕਤ ਨੇੜੇ ਰਹਿਣ ਵਾਲਾ ਗੁਰਸਿੱਖ ਸੀ। ਉਹਦੀ ਹੱਥ ਲਿਖਤ ਡਾਇਰੀ ਹੈ, ਜਿਹਦੇ ਵਿੱਚ ਉਹ ਹਰ ਰੋਜ਼ ਸਾਹਿਬਾਂ ਦੇ ਕੌਤਕ ਲਿਖਦਾ ਸੀ। ਜੋ ਬਚਨ ਗੁਰਸਿੱਖ ਆ ਕੇ ਪੁੱਛਦੇ ਸੀ, ਜੋ ਸੰਸ਼ੇ ਆਪਣੇ ਗੁਰੂ ਅੱਗੇ ਆ ਕੇ ਰੱਖਦੇ ਸੀ, ਉਹਨਾਂ ਸੰਸ਼ਿਆਂ ਨੂੰ ਹੱਲ ਕਰਨ ਦਾ ਜੋ ਗੁਰ ਉਪਦੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਖਸ਼ਦੇ ਸੀ, ਉਹ ਉਪਦੇਸ਼ ਉਸ ਹੱਥ ਲਿਖਤ ਪੋਥੀ ਵਿੱਚ ਲਿਖਿਆ ਹੋਇਆ ਹੈ। ਉਹਦੇ ਵਿੱਚ ਇੱਕ ਇਹ ਵੀ ਬਚਨ ਲਿਖਿਆ ਹੋਇਆ ਹੈ, ਜਦੋਂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਅੰਤਮ ਸਮਾਂ ਸੀ, ਉਸ ਵੇਲੇ ਉਹਨਾਂ ਨੇ ਇੱਕ ਬਚਨ ਉਚਾਰ ਕੇ ਗੁਰਸਿੱਖਾਂ ਨੂੰ ਇਹ ਬਚਨ ਕੀਤਾ ਸੀ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ। ਇਹ ਹੱਥ ਲਿਖਤ ਪੋਥੀ ਵਿੱਚ ਅੱਖਰ ਲਿਖੇ ਹੋਏ ਨੇ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਜੋ ਪ੍ਰਭ ਕੋ ਮਿਲਿਓ ਚਾਹੇ ਖੋਜ ਸ਼ਬਦ ਮੇ ਲੈ। ਇੱਥੇ ਮਿਲਿਓ ਅੱਖਰ ਹੈ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਗੁਰਸਿੱਖਾਂ ਨੇ ਕੋਲ ਬੈਠ ਕੇ ਅੱਖਰ ਲਿਖੇ ਨੇ। ਜਿਨ੍ਹਾਂ ਨੇ ਬਚਨ ਮੰਨ ਕੇ ਉਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਵਿੱਤਰ ਬਾਣੀ ਦਾ ਸਤਿਕਾਰ ਕੀਤਾ ਔਰ ਉਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਮੰਨ ਕੇ
ਗੁਰੂ ਨਾਨਕ ਸਾਹਿਬ ਦਾ ਰੂਪ ਮੰਨ ਕੇ ਸੇਵਾ ਕੀਤੀ ਹੈ, ਉਹਨਾਂ ਪੁਰਖਾਂ ਨੂੰ ਉਹੀ ਫਲ ਪ੍ਰਾਪਤ ਹੋਏ ਆ ਜਿਹੜੇ ਫਲ ਗੁਰੂਆਂ ਦੇ ਹੁੰਦਿਆਂ ਤੇ ਪ੍ਰਾਪਤ ਸੀ। ਕੇਵਲ ਇੱਕ ਓਹਲਾ ਹੈ ਮਨੁੱਖ ਦਾ ਤੇ ਪਰਮੇਸ਼ਰ ਦਾ। ਓਹਲਾ ਇੰਨਾ ਕੁ ਦੱਸਿਆ ਗੁਰੂ ਗ੍ਰੰਥ ਸਾਹਿਬ ਜੀ ਨੇ, ਹਰੇਕ ਮਨੁੱਖ ਦੇ ਅੰਦਰ ਪਰਮੇਸ਼ਰ ਵਿਆਪਕ ਹੈ। ਓਹਲਾ ਕਿੰਨਾ ਕੁ ਹੈ, ਤੁਸੀਂ ਤਿਤਲੀ ਆ, ਹੁਣ ਮੌਸਮ ਬਦਲ ਗਿਆ, ਤਿਤਲੀਆਂ ਬਹੁਤ ਘੁੰਮਣੀਆਂ। ਤਿਤਲੀ ਦਾ ਇੱਕ ਖੰਭ ਹੁੰਦਾ, ਉਹਨੂੰ ਜੇ ਜ਼ੋਰ ਨਾਲ ਫੜ ਲਈਏ ਉਹਦੇ ਵਿੱਚ ਸੁਰਾਖ ਹੋ ਜਾਂਦਾ, ਉਹ ਇੰਨਾ ਬਰੀਕ ਹੁੰਦਾ। ਇੰਨਾ ਪਤਲਾ ਪਰਦਾ ਦੱਸਿਆ ਮਨੁੱਖ ਦਾ ਤੇ ਪਰਮੇਸ਼ਰ ਦਾ। ਉਹ ਤਿਤਲੀ ਦਾ ਖੰਭ ਅੱਖ ਦੇ ਮੂਹਰੇ ਰੱਖ ਦਈਏ ਤੇ ਸਾਰਾ ਕੁਝ ਦਿਸਣੋਂ ਹਟ ਜਾਂਦਾ, ਭਾਵੇਂ ਪਤਲਾ ਬਹੁਤ ਹੈ। ਪਰਮੇਸ਼ਰ ਨੇੜੇ ਹੀ ਹੈ, ਉਸ ਨੂੰ ਦੇਖਣ ਵਾਸਤੇ ਮਨੁੱਖ ਦੀ ਵਿਸ਼ਵਾਸ ਦੀ ਅੱਖ ਜ਼ਰੂਰੀ ਹੈ। ਜਿੱਥੇ ਵਿਸ਼ਵਾਸ ਹੈ ਉੱਥੇ ਸ਼ਰਧਾ ਵੀ ਹੋਣੀ ਜ਼ਰੂਰੀ ਹੈ। ਇਹ ਦੋਈ ਗੱਲਾਂ ਤੋਂ ਬਿਨਾਂ ਮਨੁੱਖ ਨੂੰ ਪ੍ਰਾਪਤੀ ਨਹੀਂ ਹੁੰਦੀ। ਭਾਵੇਂ ਪੱਥਰ ਤਾਂ ਬੋਲਦਾ ਵੀ ਨਹੀਂ ਸੀ, ਖਾਂਦਾ ਵੀ ਨਹੀਂ ਸੀ। ਇੱਕ 16 ਸਾਲਾਂ ਦਾ ਜੱਟਾਂ ਦਾ ਮੁੰਡਾ, ਜਿਹਨੂੰ ਕੁਛ ਵੀ ਨਹੀਂ ਸੀ ਪਤਾ, ਕੋਈ ਗਿਆਨ ਨਹੀਂ ਸੀ ਕੋਈ ਗੱਲ ਦਾ ਕਿਸੇ ਦਾ, ਉਹਨੇ ਪੱਥਰ ਦੇ ਵਿੱਚੋਂ ਰੱਬ ਨੂੰ ਪ੍ਰਗਟ ਕਰ ਲਿਆ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੋਇਆ, ਬੇ ਪ੍ਰਤੱਖ ਗਸਾਈਆਂ ਧੰਨਾ ਵਡਭਾਗਾ। ਉਸ ਪੱਥਰ ਵਿੱਚੋਂ ਪਰਮੇਸ਼ਰ ਨੂੰ ਕੱਢ ਦਿੱਤਾ ਉਹਦੇ ਵਿਸ਼ਵਾਸ ਨੇ। ਇੱਕ ਵਿਸ਼ਵਾਸ ਹੈ ਜਿਨ੍ਹਾਂ ਦਾ ਵਿਸ਼ਵਾਸ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਤੇ, ਉਹਨਾਂ ਨੂੰ ਉਹੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਰੂਪ ਹੈ। ਬਾਕੀ ਵੇਦਾਂ ਸ਼ਾਸਤਰਾਂ ਨੂੰ ਨਿੰਦਿਆ ਨਹੀਂ ਗਿਆ, ਨਾ ਗੁਰੂ ਗ੍ਰੰਥ ਸਾਹਿਬ ਨੇ ਨਿੰਦਿਆ, ਨਾ ਮਹਾਤਮਾ ਲੋਕਾਂ ਨੇ, ਅਵਤਾਰਾਂ ਨੇ। ਉਹ ਗਿਆਨ ਜਿਹੜਾ ਸੀ ਅਵਤਾਰਾਂ ਪੁਰਖਾਂ ਨੇ ਲਿਖਿਆ ਹੈ। ਵੇਦ ਸ਼ਾਸਤਰ ਵੀ ਠੀਕ ਹੈ, ਵੇਦ ਗ੍ਰੰਥ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ ਉਹ ਝੂਠਾ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਹਿਜ ਪਾਠ ਭੋਗ ਪਾਏ ਗਏ। ਉਹ ਤੋਂ ਬਾਅਦ ਜੋ ਹੁਕਮਨਾਮੇ, ਥੋੜ੍ਹੇ ਸਮੇਂ ਵਾਸਤੇ ਕਥਾ ਕਰਨੀ ਹੈ। ਕਥਾ ਤਾਂ ਗੁਰੂ ਨਾਨਕ ਸਾਹਿਬ ਦੀ ਸਿਫਤ, ਜੋ ਗੁਰੂ ਨੇ ਸਾਨੂੰ ਕਿਹਾ ਹੈ, ਕੀ ਕਰਨ ਵਾਸਤੇ ਕਿਹਾ ਹੈ, ਕੀ ਛੱਡਣ ਵਾਸਤੇ ਕਿਹਾ ਹੈ। ਬਹੁਤ ਸਾਰੇ ਪੁਰਖਾਂ ਦਾ ਗਿਆਨ ਹੈ। ਅੱਜ ਅਗਿਆਨਤਾ ਦੁਨੀਆ ਵਿੱਚ ਵਾਧੂ ਹੈ, ਕਲਯੁੱਗ ਦਾ ਪ੍ਰਭਾਵ ਹੈ। ਕੋਈ ਕਲਯੁੱਗ ਦੇ ਰੰਗ ਢੰਗ ਦੇਖ ਕੇ ਦੁਨੀਆ ਦੇ ਅੰਦਰ ਐਸੀ ਹਵਾ ਵਗ ਗਈ ਹੈ, ਧਾਰਮਿਕ ਪੱਖ ਪਿੱਛੇ ਛੱਡ ਦਿੱਤਾ ਅਤੇ ਸੰਸਾਰਕ ਪੱਖ ਮੂਹਰੇ ਆ ਗਿਆ ਹੈ। ਉਸ ਨੂੰ ਪੱਖ ਨੂੰ ਦਰਸਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਕਥਾ ਸਾਧੂ ਮਹਾਤਮਾ ਲੋਕ ਭਾਵੇਂ ਸੁਣਾਉਂਦੇ ਹੈ, ਪਰ ਸੁਣਾਉਂਦੇ ਬਚਨ ਮੰਨਣ ਵਾਲੇ ਪੁਰਖ ਜਾਂ ਸੁਣਨ ਵਾਲੇ ਪੁਰਖ ਉਹਨੂੰ ਸੁਣਨਾ ਬਹੁਤਾ ਪਸੰਦ ਨਹੀਂ ਕਰਦੇ, ਕਿਉਂਕਿ ਉਹਨਾਂ ਦੀ ਇੱਛਾ ਨਹੀਂ ਹੈ। ਜਦ ਕਿਸੇ ਚੀਜ਼ ਦੀ ਭੁੱਖ ਨਾ ਹੋਵੇ ਤਾਂ ਮਨੁੱਖ ਖਾਂਦਾ ਨਹੀਂ ਹੈ। ਪਿਆਸ ਤੋਂ ਬਿਨਾਂ ਪਾਣੀ ਨਹੀਂ ਮਨੁੱਖ ਪੀਂਦਾ। ਕਿਸੇ ਚੀਜ਼ ਦੀ ਇੱਛਾ ਤੋਂ ਬਿਨਾਂ ਮਨੁੱਖ ਦੀ ਜਦ ਭਾਵਨਾ ਹੀ ਨਹੀਂ ਹੈ ਤਾਂ ਮਨੁੱਖ ਫਿਰ ਉਸ ਪਾਸੇ ਨੂੰ ਤੁਰਦਾ ਨਹੀਂ ਹੈ। ਇਸ ਕਰਕੇ ਜੋ ਕਥਾ ਗੁਰੂ ਦੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਵਿਖਿਆਨ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਲਿਖੇ ਨੇ ਬੜੇ, ਜਿਹੜੇ ਗੁਰਮੁਖੋਂ ਬੈਠੇ ਹਾਂ, ਥੋੜ੍ਹੇ ਸਮੇਂ ਵਾਸਤੇ ਸਮਾਂ ਪ੍ਰਾਪਤ ਹੋਇਆ ਹੈ, ਇਹਨੂੰ ਸਾਂਭ ਲਈਏ। ਜਿੰਨੇ ਸਵਾਸ ਗੁਰੂ ਦੀ ਕਥਾ ਵਿੱਚ ਬੀਤ ਜਾਣ, ਗੁਰੂ ਦੀ ਸਿਫਤ ਸਲਾਹ ਵਿੱਚ ਬੀਤ ਜਾਣ, ਗੁਰੂ ਦੀ ਹਾਜ਼ਰੀ ਵਿੱਚ ਬੀਤ ਜਾਣ, ਸਫਲੇ ਸਾਹ ਗਿਣੇ ਜਾਂਦੇ ਆ। ਸਾਹ ਤਾਂ ਬੀਤੀ ਜਾਂਦੇ ਆ, ਨਿਕਲ ਜਾਂਦੇ, ਕਈ ਨਿਸਫਲ ਚਲੇ ਜਾਂਦੇ ਆ, ਕਈ ਸਫਲੇ ਹੋ ਜਾਂਦੇ ਆ। ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਲਿਖਿਆ ਹੈ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਜੋ ਮਾਇਕ ਪਦਾਰਥ ਹਨ ਤੁਸੀਂ ਦੇਖਦੇ ਹੋ, ਵੱਡੇ ਵੱਡੇ ਅਡੰਬਰ ਦੁਨੀਆ ਦੇ ਅੰਦਰ, ਕੋਈ ਮਹਿਲਾਂ ਦਾ ਅੰਤ ਨਹੀਂ। ਦੁਨੀਆ ਵਿੱਚ ਧਨ ਦਾ ਕੋਈ ਅੰਤ ਨਹੀਂ ਹੈ। ਹੋਰ ਸੁੰਦਰਤਾ ਜਾਂ ਹੋਰ ਪ੍ਰਭਤਾ ਦਾ ਕੋਈ ਅੰਤ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਛਲ ਰੂਪ ਨੇ। ਇਹ ਛਲ ਰੂਪ ਕਿੱਦਾਂ ਦੀਆਂ ਨੇ? ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਲਿਖਿਆ ਹੈ, ਕੱਖਾਂ ਕਾਨਿਆਂ ਨੂੰ ਅੱਗ ਲਾ ਦਈਏ। ਛੋਟੇ ਛੋਟੇ ਜਿਹੜੇ ਤ੍ਰਿਣ ਕਹਿੰਦੇ ਆ, ਛੋਟੇ ਛੋਟੇ ਕੱਖ ਕਾਨੇ ਇਕੱਠੇ ਕਰਕੇ ਉਹਨਾਂ ਨੂੰ ਅੱਗ ਲਾ ਦਈਏ, ਇੱਕ ਵਾਰੀ ਬਹੁਤ ਲਾਈਟ ਕਰਦੀ ਆ, ਚਾਰ ਚਫੇਰਾ ਦਿਸਣ ਲੱਗ ਜਾਂਦਾ, ਪਰ ਉਹ ਥੋੜ੍ਹੇ ਸਮੇਂ ਵਾਸਤੇ ਛੇਤੀ ਬਹਿ ਜਾਂਦੀ ਹੈ। ਬਹੁਤਾ ਲੰਮਾ ਸਮਾਂ ਉਹ ਅੱਗ ਰਹਿੰਦੀ ਨਹੀਂ ਹੈ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਬੱਦਲਾਂ ਦੀ ਛਾਂ ਹੁੰਦੀ ਆ। ਮਾੜਾ ਜਿਹਾ ਹਵਾ ਦਾ ਝੋਲਾ ਆਉਂਦਾ, ਬੱਦਲਾਂ ਦੀ ਛਾਂ ਪਰੇ, ਬੱਦਲ ਪਰੇ ਹੋ ਜਾਂਦੇ ਆ, ਧੁੱਪ ਫਿਰ ਨਿਕਲ ਆਉਂਦੀ ਆ। ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਹੜ੍ਹਾਂ ਦਾ ਪਾਣੀ ਆਉਂਦਾ ਬਹੁਤ ਤੇਜ਼ ਹੈ, ਪਰ ਜਦੋਂ ਚਲਿਆ ਜਾਂਦਾ ਜਾਣ ਲੱਗੇ ਦੀ ਬਹੁਤੀ ਦੇਰ ਨਹੀਂ ਲੱਗਦੀ, ਛੇਤੀ ਖਤਮ ਹੋ ਜਾਂਦਾ। ਇਹ ਸੰਸਾਰਕ ਸੁੱਖ ਜਿਹੜੇ ਆ,
ਜਿਹਨੂੰ ਵੀ ਮਿਲੇ ਆ, ਕਿਸੇ ਨੂੰ ਬਹੁਤੇ ਆ, ਕਿਸੇ ਨੂੰ ਥੋੜ੍ਹੇ ਆ। ਇਹ ਥੋੜ੍ਹੇ ਸਮੇਂ ਵਾਸਤੇ ਹੀ ਹੁੰਦੇ ਆ। ਇਹਨਾਂ ਦਾ ਇੱਕ ਮਨੁੱਖ ਨੂੰ ਛਲ ਬਣਾ ਦਿੱਤਾ। ਤਾਂ ਸਤਿਗੁਰੂ ਜੀ ਨੇ ਕਿਹਾ, ਭਾਈ ਵੇਦ ਬਖਿਆਨ ਕਰਤ ਸਾਧੂ ਜਨ। ਦੁਨੀਆ ਦੇ ਵਿੱਚ ਸਾਧੂ ਮਹਾਤਮਾ ਉਹਨਾਂ ਨੂੰ ਕਿਹਾ ਜਿਹੜੇ ਨਿਰਮਲ ਆਤਮਾ, ਜਿਨ੍ਹਾਂ ਨੇ ਗੁਰੂ ਦਾ ਵਚਨ ਮੰਨਿਆ, ਅਵਤਾਰਾਂ ਦਾ ਵਚਨ ਮੰਨਿਆ, ਜਿਹੜੇ ਵਚਨ ਮੰਨ ਕੇ ਤੁਰੇ ਆ ਦੁਨੀਆ ਵਿੱਚ, ਉਹਨਾਂ ਨੂੰ ਸਾਧੂ ਜਨ ਕਹਿੰਦੇ ਆ, ਰੱਬ ਦੇ ਪਿਆਰੇ ਕਹਿੰਦੇ ਆ। ਵੈਸੇ ਕੋਈ ਪਿੰਡ ਵਿੱਚ, ਨਗਰ ਵਿੱਚ ਚੰਗਾ ਕੋਈ ਬੰਦਾ ਹੋਵੇ, ਕਿਸੇ ਨੂੰ ਮੰਦਾ ਨਾ ਬੋਲਦਾ ਹੋਵੇ, ਆਪਣੀ ਕਮਾਈ ਕਰਕੇ ਖਾਂਦਾ ਹੋਵੇ, ਉਹਨੂੰ ਲੋਕ ਦੇਵਤਾ ਕਹਿਣ ਲੱਗ ਜਾਂਦੇ ਆ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬਚਿੱਤਰ ਨਾਟਕ ਵਿੱਚ ਇਹਦਾ ਜ਼ਿਕਰ ਕੀਤਾ ਹੈ। ਸਾਧ ਕਰਮ ਜੇ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਕੁਕਰਿਤ ਕਰਮ ਜੋ ਜਗਮੋ ਕਰਹੀ, ਅਸੁਰ ਨਾਮ ਤੈਨੂੰ ਹੋ ਕੋ ਤਰਹੀ। ਜੇ ਕੋਈ ਸਾਧਾਂ ਵਾਲੇ ਕਰਮ ਕਰੂਗਾ, ਦੁਨੀਆ ਉਹਨੂੰ ਦੇਵਤਾ ਕਹਿਣ ਲੱਗ ਜਾਂਦੀ, ਭਾਵੇਂ ਹੁੰਦਾ ਬੰਦਾ ਹੀ ਆ, ਪਰ ਦੇਵਤਿਆਂ ਵਾਲੇ ਕਰਮ ਹੁੰਦੇ ਆ ਉਹਦੇ। ਜੇ ਕੋਈ ਬੰਦਾ ਗਲਤ ਕਰਮ ਕਰ ਲੈ, ਦੁਨੀਆ ਨੂੰ ਰਾਖਸ਼ ਕਹਿਣ ਲੱਗ ਜਾਂਦੀ, ਹੁੰਦਾ ਤਾਂ ਬੰਦਾ ਹੀ ਆ, ਕਰਮਾਂ ਕਰਕੇ ਉਹਨੂੰ ਨਾਮ ਦਿੱਤਾ ਜਾਂਦਾ। ਜਿਹੜੀਆਂ ਨਿਰਮਲ ਆਤਮਾ ਆ, ਕੇਵਲ ਸੰਸਾਰ ਵਿੱਚ ਭਲਾ ਕਰਨ ਵਾਸਤੇ ਆਪਣੀ ਕਮਾਈ ਕਰਕੇ ਖਾਣੀ ਹੈ, ਔਰ ਨਿਰਮਲ ਆਤਮਾ ਦੁਨੀਆ ਵਿੱਚ, ਉਹਨਾਂ ਨੂੰ ਕਹਿੰਦੇ ਸਾਧੂ ਜਨ। ਉਹਨੇ ਸਾਧੂ ਮਹਾਤਮਾ ਨੇ ਵੇਦਾਂ ਦਾ ਵਖਿਆਨ ਜਾਂ ਧਾਰਮਿਕ ਗ੍ਰੰਥਾਂ ਦਾ ਵਖਿਆਨ ਕਰਕੇ ਸੰਸਾਰ ਦੇ ਲੋਕਾਂ ਨੂੰ ਦੱਸਿਆ। ਜਿਨ੍ਹਾਂ ਨੇ ਮੰਨ ਲਿਆ ਉਹ ਦੁਆਬ ਸਾਗਰ ਤਰ ਗਏ, ਜਿਹਨੇ ਨਹੀਂ ਮੰਨੇ ਉਹਨਾਂ ਦੀ ਮਰਜ਼ੀ ਹੈ। ਪਰ ਇਹ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਵੇਦ ਬਖਿਆਨ ਕਰਤ ਸਾਧੂ ਜਨ, ਭਾਗਹੀਣ ਸਮਝਤ ਨਹੀਂ ਖਲ। ਖਲ ਕਹਿੰਦੇ ਮੂਰਖ ਨੂੰ, ਭਾਗਾਂ ਤੋਂ ਹੀਣਾ, ਜਿਹਦੇ ਭਾਗ ਮਾੜੇ ਹੈ। ਮੰਦੇ ਕਹਿੰਦੇ ਕਈ ਵਾਰੀ ਮਨੁੱਖ ਨੂੰ ਗਰੀਬੀ ਹੁੰਦੀ, ਕਹਿੰਦੇ ਬਹੁਤ ਮਾੜੇ ਭਾਗ ਹੈ ਇਹਦੇ, ਬੜਾ ਦੁਖੀ ਹੈ। ਭਾਗਹੀਣ ਸਮਝਤ ਨਹੀਂ ਖਲ, ਭਾਗਾਂ ਤੋਂ ਹੀਣਾ ਮੂਰਖ ਕਹਿੰਦੇ ਸਮਝਦਾ ਨਹੀਂ ਹੈ। ਛਾੜ ਸਿਆਣਪ ਬਹੁ ਚਤਰਾਈ, ਦੋਏ ਕਰ ਜੋੜ ਸਾਧੂ ਮੱਗ ਚੱਲ। ਆਪਣੀ ਸਿਆਣਪ ਛੱਡ ਕੇ ਜਿਹੜੇ ਰੱਬ ਦੇ ਪਿਆਰੇ ਉਹਨਾਂ ਦੇ ਮਗਰ ਤੁਰ ਪਾ। ਜਿੱਧਰ ਨੂੰ ਕਹਿੰਦੇ ਆ ਉੱਧਰ ਨੂੰ ਤੁਰ ਪਾ, ਜਿੱਧਰ ਨੂੰ ਜਾਂਦੇ ਮਗਰ ਤੁਰ ਪਾ। ਮਗਰ ਤੁਰਿਆ ਹੋਇਆ ਬੰਦਾ ਜਿੱਥੇ ਮਹਾਤਮਾ ਪਹੁੰਚਦੇ ਉੱਥੇ ਹੀ ਪਹੁੰਚ ਜਾਂਦਾ। ਇਸ ਕਰਕੇ ਪਰਿਵਾਰ ਜਿਹੜੇ ਜਿਸ ਨੌਜਵਾਨ ਨੇ ਮਕਾਨ ਖਰੀਦਿਆ ਹੈ, ਬੀਬੀ ਗੁਰਬਖਸ਼ ਕੌਰ ਦੇ 2 ਪੁੱਤਰ ਹੈ, ਬੜੀ ਸੇਵਾ ਕੀਤੀ ਹੈ ਉਹਨਾਂ ਨੇ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲੇ ਦੁਆਬੇ ਦੀ ਇੱਕ ਮਹਾਨ ਹਸਤੀ ਹੋਈ ਹੈ, ਜਿਨ੍ਹਾਂ ਦਾ ਜ਼ਿਕਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਲਿਖਤ ਵਿੱਚ ਵੀ ਲਿਖ ਗਏ ਹਨ। ਔਰ ਜਿਨ੍ਹਾਂ ਦਾ ਜ਼ਿਕਰ, ਜਿਨ੍ਹਾਂ ਦਾ ਜਨਮ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵਚਨਾਂ ਨਾਲ ਹੋਇਆ ਸੀ, ਉਹਨਾਂ ਦੇ ਪਵਿੱਤਰ ਅਸਥਾਨ 'ਤੇ ਬਹੁਤ ਸੇਵਾ ਕੀਤੀ ਹੈ। ਔਰ ਸੇਵਾ ਦਾ ਫਲ ਦੇਖ ਲਓ, ਕਿੱਥੋਂ ਉੱਠ ਕੇ ਕਿੱਥੇ ਪਹੁੰਚੇ ਹੈ। ਇਹ ਕੋਈ ਦੱਸਣ ਦੀ ਗੱਲ ਨਹੀਂ ਹੈ, ਕਿੱਥੋਂ ਤਾਂ ਤੁਰੇ ਸੀ ਔਰ ਕਿੱਥੇ ਤੱਕ ਪਹੁੰਚ ਗਏ ਹੈ। ਸੋ ਅੱਜ ਉਹ ਸੇਵਾ ਦਾ ਫਲ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਤਿਕਾਰ ਉਹ ਫੇਰ ਲੈ ਕੇ ਆਏ ਆ ਮਹਾਰਾਜ ਨੂੰ। ਮਹਾਰਾਜ ਤੁਸੀਂ ਮੰਦਰ ਬਖਸ਼ੇ ਆ, ਇਹਨਾਂ ਮੰਦਰਾਂ ਨੂੰ ਪਵਿੱਤਰ ਵੀ ਕਰੋ ਅਤੇ ਕਿਰਪਾ ਵੀ ਕਰੋ, ਬਖਸ਼ਿਸ਼ ਵੀ ਕਰੋ। ਇਸ ਕਰਕੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਹੁਕਮਨਾਮੇ ਆਏ ਆ, ਉਹਦੀ ਵਿਚਾਰ ਥੋੜ੍ਹੇ ਸਮੇਂ ਵਾਸਤੇ ਠੀਕ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਤਾਂ ਮੁੱਕ ਨਹੀਂ ਸਕਦੇ, ਭਾਵੇਂ 7 ਸਮੁੰਦਰਾਂ ਦੀ ਸਿਆਹੀ ਬਣਾ ਲਈਏ। ਸਾਰੀ ਬਨਸਪਤੀ ਹੈ, ਜਿੰਨੀ ਦੁਨੀਆ ਦੇ ਅੰਦਰ ਦਰੱਖਤ ਨੇ, ਬਨਸਪਤੀ ਤੁਰੀ ਹੋਈ ਹੈ, ਇਹਨਾਂ ਦੀਆਂ ਕਲਮਾਂ ਬਣਾ ਲਈਏ। ਸਾਧ ਸਮੁੰਦੇ ਮਸ ਕਰੋ, ਕਲਮ ਕਰੋ ਬਨਰਾਏ, ਮਸੁਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਸਾਰੀ ਧਰਤੀ ਦਾ ਕਾਗਜ਼ ਬਣਾ ਲਈਏ, ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਏ, ਤਾਂ ਸਾਰੇ ਸਮੁੰਦਰਾਂ ਦੀ ਸਿਆਹੀ ਬਣਾ ਲਈਏ, ਹਰੀ ਦਾ ਜਸ ਲਿਖਿਆ ਨਹੀਂ ਜਾ ਸਕਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਵਚਨ ਹੈ। ਪਰ ਜਿੰਨਾ ਵੀ ਕਰੀਏ ਜਾਂ ਸੁਣੀਏ, ਉਹਦੇ ਵਿੱਚ ਲਾਭ ਲੈ ਲਈਏ। ਗੁਰੂ ਨੇ ਕੀ ਕਿਹਾ ਹੈ। ਹੁਕਮਨਾਮੇ ਦਾ ਮਤਲਬ ਇਹੀ ਹੁੰਦਾ ਹੈ, ਇਹ ਨਹੀਂ ਕਿ ਹੁਕਮਨਾਮਾ ਵੈਸੇ ਹੀ ਲੈ ਲਿਆ ਅਤੇ ਮਰਜ਼ਾਦਾ ਹੈ। ਮਰਜ਼ਾਦਾ ਜਦੋਂ ਕੋਈ 6 ਮਹੀਨੇ ਜਾਂ ਸਾਲ ਪਰ ਕੇਸ ਲੜਦਾ, ਉਹ ਕੇਸ ਦੇ ਮਗਰੋਂ ਇੱਕ ਹੁਕਮ ਦੀ ਤਰੀਕ ਹੁੰਦੀ ਹੈ। ਉਹਦੇ ਵਿੱਚ ਤਰੀਕ ਹੁੰਦੀ ਆ ਕੋਈ ਜਿਹੜਾ ਅਸੀਂ ਪਾਠ ਰੱਖਿਆ ਸੀ ਜਾਂ ਜਿਸ ਕਾਰਜ ਵਾਸਤੇ ਗੁਰੂ ਨੂੰ ਅਸੀਂ ਲੈ ਕੇ ਆਏ ਸੀ, ਉਹਦੇ ਵਿੱਚ ਕੋਈ ਕੁਤਾਹੀ ਤਾਂ ਨਹੀਂ ਹੋਈ, ਸਾਡੇ ਕੋਲੋਂ ਕੋਈ ਬੇਸਤਕਾਰੀ ਤਾਂ ਨਹੀਂ ਹੋਈ, ਆਇਆ ਗੁਰੂ ਦੀ ਖੁਸ਼ੀ ਮਿਲੀ ਹੈ ਕਿ ਨਹੀਂ ਮਿਲੀ, ਇਹ ਦੇਖਣ ਵਾਸਤੇ ਹੁਕਮਨਾਮਾ ਹੁੰਦਾ ਹੈ। ਹੁਕਮਨਾਮਾ ਵੈਸੇ ਪਰਿਵਾਰ ਵਾਲੇ ਤਾਂ ਬਹੁਤਾ ਧਿਆਨ ਨਹੀਂ ਰੱਖਦੇ, ਜਿਨ੍ਹਾਂ ਨੂੰ ਸੋਝੀ ਆ ਜ਼ਰੂਰ ਰੱਖਦੇ ਆ। ਇਸ ਕਰਕੇ ਹੁਕਮਨਾਮਾ ਜਿਨ੍ਹਾਂ ਨੂੰ ਸੋਝੀ ਹੈ, ਜਿਨ੍ਹਾਂ ਮਹਾਂਪੁਰਖਾਂ ਨੂੰ ਸੋਝੀ ਹੈ,
ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ, ਉਹ ਪਤਾ ਲੱਗ ਜਾਂਦਾ ਗੁਰੂ ਨੇ ਕੀ ਕਿਹਾ, ਗੁਰੂ ਨਾਰਾਜ਼ ਹੈ ਜਾਂ ਨਹੀਂ ਨਾਰਾਜ਼। ਇਹ ਨਹੀਂ ਗੱਲ ਵੀ ਗੁਰੂ ਨਾਰਾਜ਼ ਨਹੀਂ ਹੁੰਦਾ ਕਿਸੇ 'ਤੇ, ਨਾਰਾਜ਼ ਵੀ ਹੋਇਆ ਕਈਆਂ 'ਤੇ ਖੁਸ਼ ਵੀ ਹੋਇਆ। ਇਹ ਨਹੀਂ ਕਿ ਬੱਚਾ ਗਲਤ ਕਰਮ ਕਰਦਾ ਰਹੇ ਮਾਤਾ ਪਿਤਾ ਖੁਸ਼ ਹੀ ਹੁੰਦੇ ਰਹਿਣ, ਕਦੀ ਖੁਸ਼ ਨਹੀਂ ਹੁੰਦੇ। ਬੱਚਾ ਗਲਤ ਕਰਮ ਕਰੇ ਮਾਤਾ ਪਿਤਾ ਨਾਰਾਜ਼ ਹੁੰਦੇ ਆ, ਬੱਚਾ ਚੰਗੇ ਕਰਮ ਕਰੇ ਮਾਤਾ ਪਿਤਾ ਖੁਸ਼ ਹੁੰਦੇ ਆ। ਇਸ ਕਰਕੇ ਹੁਕਮਨਾਮੇ ਦੀ ਵਿਚਾਰ ਹੈ, ਜਿਹੜੀ ਵਿਚਾਰ ਜਿੰਨੀ ਕੁ ਮਤ ਬੁੱਧੀ ਮਹਾਂਪੁਰਸ਼ਾਂ ਨੇ ਬਖਸ਼ੀ ਹੈ। ਮਤ ਬੁੱਧੀ ਤਾਂ ਗੁਰੂ ਆਪੇ ਹੀ ਬੈਠਾ ਅੰਦਰ ਸਾਰਿਆਂ ਦੇ ਅੰਦਰ। ਕਿਸੇ ਸਭ ਉੱਪਰ ਨਜ਼ਰ ਹੈ ਤੇਰੀ, ਕਿਸੇ ਥੋੜ੍ਹੀ ਕਿਸੇ ਹੈ ਕਨੇਰੀ। ਨਜ਼ਰ ਸਾਰਿਆਂ 'ਤੇ ਉਹਦੀ ਹੈ, ਕਿਸੇ 'ਤੇ ਥੋੜ੍ਹੀ ਹੈ ਕਿਸੇ 'ਤੇ ਜ਼ਿਆਦਾ ਹੈ। ਇਸ ਕਰਕੇ ਜਿੰਨੀ ਜਿੰਨੀ ਆਪ ਆਪਣੀ ਬੁੱਧ ਹੈ ਜੇਤੀ, ਮਾਰਨ ਤੇ ਪਿੰਨ ਪਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਏ ਪਸਾਰਾ, ਕੇਵਲ ਸਜਾ ਪ੍ਰਥਮ ਸੰਸਾਰਾ। ਮਹਾਰਾਜ ਤੁਹਾਡਾ ਪਸਾਰਾ ਲਿਖਿਆ ਨਹੀਂ ਜਾ ਸਕਦਾ ਜੀ। ਫਿਰ ਵੀ ਚਲੋ ਜਿੰਨੀ ਕੁ ਮਤ ਬੁੱਧੀ ਤੁਸੀਂ ਬਖਸ਼ੀ ਆ ਉਹਦੇ ਅਨੁਸਾਰ ਗੁਰੂ ਦੀ ਬਾਣੀ ਦਾ, ਗੁਰੂ ਦਾ ਜਸ, ਸਾਰੇ ਗੁਰੂ ਪੀਰ ਮਹਾਂਪੁਰਖ ਅਵਤਾਰੀ ਪੁਰਸ਼, ਦੇਖੋ ਕਿੰਨਾ ਸਤਿਕਾਰ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ ਨੂੰ। ਉਹਨਾਂ ਦੀ ਕੋਈ ਜਾਤ ਨਹੀਂ ਦੇਖੀ, ਉਹਨਾਂ ਦਾ ਕਰਮ ਵੀ ਨਹੀਂ ਦੇਖਿਆ ਕਿਹੜਾ ਕਰਮ ਕਰਦੇ ਆ। ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੀ ਜਗ੍ਹਾ 'ਤੇ ਗੁਰੂ ਨਾਨਕ ਦੇਵ ਜੀ ਨਹੀਂ ਲਿਖਿਆ ਕਿਤੇ ਵੀ। ਬਾਣੀ ਗੁਰੂ ਨਾਨਕ ਦੇਵ ਜੀ ਦੀ ਜਾਂ ਬਾਣੀ ਗੁਰੂ ਅਰਜਨ ਦੇਵ ਜੀ ਦੀ ਕਿਤੇ ਨਹੀਂ ਲਿਖਿਆ। ਅਤੇ ਜਦੋਂ ਭਗਤਾਂ ਦੀ ਬਾਣੀ ਆਈ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਵੱਡਾ ਸਤਿਕਾਰ ਕੀਤਾ ਭਗਤਾਂ ਦਾ। ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਕਬੀਰ ਜੀ ਕੀ, ਬਾਣੀ ਪੀਪਾ ਜੀ ਕੀ, ਬਾਣੀ ਸਦਨਾ ਜੀ ਕੀ। ਇਹ ਸਾਰਿਆਂ ਨੂੰ ਜੀ ਕਹਿ ਕੇ ਵੱਡਾ ਸਤਿਕਾਰ ਮਾਣ ਬਖਸ਼ਿਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ। ਸੋ ਜੋ ਹੁਕਮਨਾਮੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹੈ, ਭਾਵੇਂ ਥੋੜ੍ਹੇ ਸੰਗਤ ਥੋੜ੍ਹੀ ਹੋਵੇ, ਗੁਰਮੁਖੋ ਸੁਨਿਆਰਿਆਂ ਦੀ ਦੁਕਾਨ 'ਤੇ ਗਾਹਕ ਤਾਂ ਥੋੜ੍ਹੇ ਹੁੰਦੇ ਆ ਪਰ ਪੈਸੇ ਵਾਲੇ ਹੁੰਦੇ ਆ। ਵੱਡੇ ਕਰਮਾਂ ਵਾਲੇ ਉਹੀ ਬਹਿੰਦੇ ਆ ਗੁਰੂ ਦੀ ਗੱਲ ਸੁਣਨ। ਜਿਹਦੇ ਕੋਲ ਜ਼ਿਆਦਾ ਪੈਸੇ ਉਹ ਸੁਨਿਆਰੇ ਦੀ ਦੁਕਾਨ 'ਤੇ ਖੜ੍ਹਾ ਹੁੰਦਾ, ਜਿਹਦੇ ਕੋਲ ਥੋੜ੍ਹੇ ਆ ਉਹ ਸਬਜ਼ੀ ਮੰਡੀ ਵਿੱਚ ਖੜ੍ਹਾ ਹੁੰਦਾ। ਇਸ ਕਰਕੇ ਬੰਦੇ ਭਾਵੇਂ ਥੋੜ੍ਹੇ ਹੋਣ, ਗਾਹਕ ਹੋਣ ਗੁਰੂ ਦੀ ਗੱਲ ਦੇ। ਇਸ ਕਰਕੇ ਜੋ ਹੁਕਮਨਾਮੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਾਰਿਆਂ ਨੇ ਤਾਂ ਨਹੀਂ ਸੁਣੇ ਹੋਣੇ। ਬਹੁਤ ਸੰਗਤ ਮਗਰੋਂ ਹੀ ਪਹੁੰਚਦੇ ਆ, ਜਦੋਂ ਰਾਗੀਆਂ ਤੋਂ ਬਾਅਦ, ਜਦੋਂ ਰਾਗੀ ਕਦੋਂ ਸਮਾਪਤੀ ਕਰਦੇ ਆ ਪ੍ਰਸ਼ਾਦੇ ਦੇ ਵੇਲੇ ਹੀ ਆਉਂਦੇ ਆ, ਸਿਰਫ ਟਾਈਮ ਟਪਾਉਣ ਵਾਸਤੇ। ਚੇਤਾ ਰੱਖਿਆ ਕਰੋ, ਸਵਾਸਾਂ ਨੂੰ ਸਫਲ ਕਰਿਆ ਕਰੋ। ਕਿਤੇ ਉਹ ਚੰਗੀ ਰਸਤੇ ਦੇ ਵਿੱਚ ਪੈਸੇ ਡਿੱਗੇ ਹੁਣ ਕੋਈ ਛੱਡਦਾ, ਚੱਕ ਲੈਂਦੇ ਆ। ਕੋਈ ਚੰਗੀ ਚੀਜ਼ ਰਸਤੇ ਵਿੱਚੋਂ ਕਿਸੇ ਨੂੰ ਮਿਲ ਜਾਵੇ, ਕੋਈ ਛੱਡਦਾ, ਚੱਕ ਕੇ ਲੈ ਆਉਂਦੇ ਆ। ਇਸੇ ਤਰ੍ਹਾਂ ਇੱਕ ਚੀਜ਼ ਮੁਫਤ ਮਿਲਦੀ ਹੈ ਦੁਨੀਆ ਵਿੱਚ। ਇੱਥੋਂ ਤੁਸੀਂ ਅਮਰੀਕਾ ਕਨੇਡਾ ਜਾਓ, ਤੁਹਾਡੇ ਪੈਸੇ ਚੱਲਦੇ ਨਹੀਂ ਹੈ, ਕਨਵਰਟ ਕਰਨੇ ਪੈਂਦੇ ਆ, ਕਰੰਸੀ ਬਦਲਣੀ ਪੈਂਦੀ ਆ। ਇੱਦਾਂ ਰੱਬ ਦੇ ਘਰ ਵਿੱਚ ਕਰੰਸੀ ਬਦਲਣੀ ਪੈਂਦੀ ਹੈ। ਉਹ ਕਰੰਸੀ ਇੱਥੇ ਮੁਫਤ ਮਿਲਦੀ ਹੈ, ਤੁਹਾਨੂੰ ਬਦਲਣੀ ਪੈਣੀ ਨਹੀਂ ਹੈ। ਤੁਹਾਨੂੰ ਦੁਨਿਆਵੀ ਕਰੰਸੀ ਦੇਣੀ ਨਹੀਂ ਪੈਣੀ ਅਤੇ ਪਰਮੇਸ਼ਰ ਦੀ ਦਰਗਾਹ ਦੀ ਕਰੰਸੀ ਲੈਣੀ ਨਹੀਂ ਪੈਣੀ। ਉਹ ਕਰੰਸੀ ਹੈ ਗੁਰੂ ਕਬੀਰ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਜ਼ਿਕਰ ਹੈ। ਕਬੀਰ ਸਾਹਿਬ ਕਹਿੰਦੇ, ਕਬੀਰ ਲੁੱਟਣਾ ਹੈ ਤੋ ਲੂਟ ਲੈ, ਰਾਮ ਨਾਮ ਕੀ ਲੂਟ, ਫਿਰ ਪਾਛੇ ਪਛਤਾਹੋਂਗੇ ਜਦ ਪ੍ਰਾਣ ਜਾਏਂਗੇ ਛੂਟ। ਕਹਿੰਦੇ ਹੁਣ ਲੁੱਟ ਪਈ ਹੈ ਰਾਮ ਨਾਮ ਦੀ, ਜਿੰਨਾ ਮਰਜ਼ੀ ਜਪ ਲੈ, ਜਿੰਨਾ ਮਰਜ਼ੀ ਇਕੱਠਾ ਕਰ ਲੈ, ਭਾਵੇਂ ਗਵਾਂਢ ਵੀ ਹੋਵੇ ਸਤਸੰਗ ਉੱਥੇ ਬਿਨਾਂ ਸੱਦੇ ਵੀ ਚਲੇ ਜਾਵੇ। ਗਵਾਂਢ ਜੇ ਡੁੱਬਣ ਵਾਲਾ ਕੰਮ ਹੋਵੇ, ਦੁਨੀਆ ਦੇਖੋ ਤੁਸੀਂ ਬੇਹੋਸ਼ ਹੋ ਜਾਂਦੇ, ਨੱਚਦੇ ਸਾਹ ਨਹੀਂ ਲੈਂਦੇ, ਉੱਥੇ ਸੱਦੇ 'ਤੇ ਵੀ ਨਹੀਂ ਜਾਈਦਾ। ਜਿੱਥੇ ਮਾੜੇ ਪਾਸੇ ਨੂੰ ਬੰਦਾ ਜਾਂਦਾ ਹੋਵੇ, ਗਲਤ ਕਰਮ ਕਰਦੇ ਹੋਣ ਲੋਕ, ਜਿਨ੍ਹਾਂ ਕਰਮਾਂ ਕਰਕੇ ਦਰਗਾਹ ਵਿੱਚ ਸਾਨੂੰ ਸ਼ਰਮਿੰਦੇ ਹੋਣਾ ਪਵੇ, ਉੱਥੇ ਸੱਦੇ 'ਤੇ ਵੀ ਨਹੀਂ ਜਾਈਦਾ। ਜਿੱਥੇ ਗੁਰੂ ਦੀ ਗੱਲ ਸੁਣੀਏ, ਗੁਰੂ ਦੀ ਗੱਲ ਵਿਚਾਰ ਹੁੰਦੀ ਹੈ, ਗੁਰੂ ਦੀ ਸਿਫਤ ਹੁੰਦੀ ਹੈ, ਉੱਥੇ ਬਿਨਾਂ ਸੱਦੇ ਕਰੰਸੀ ਇਕੱਠੀ ਕਰ ਲਈਦੀ ਹੈ। ਸੋ ਗੁਰੂ ਅਰਜਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੀ ਪਵਿੱਤਰ ਰਸਨਾ ਦੁਆਰਾ ਉਚਾਰਿਆ ਹੋਇਆ ਹੁਕਮਨਾਮਾ ਹੈ। ਕਿਉਂਕਿ ਪਰਿਵਾਰ ਪਹਿਲਾਂ ਤੋਂ ਹੀ, ਇਹ ਬੱਚੇ ਛੋਟੇ ਛੋਟੇ ਸਨ, ਮੇਰੇ ਕੋਲ ਰਹੇ ਛੋਟੇ ਛੋਟੇ, ਇਹ ਹਲੇ ਕੁੱਛੜ ਚੱਕੇ ਹੋਏ ਸੀ, ਉਦੋਂ ਦੇ ਸਾਡੇ ਕੋਲ ਹੈ। ਇਹਨਾਂ ਨੇ ਬੜੀ ਮਿਹਨਤ ਕੀਤੀ ਹੈ। ਤਕਰੀਬਨ ਜਿਹੜੇ ਉੱਥੇ ਹਰਖਵਾਲ ਦੀ ਸੰਗਤ ਹੈ, ਉਹ ਸਾਰੀ ਉਹਨਾਂ ਨੌਜਵਾਨਾਂ ਨੂੰ ਜਾਣਦੀ ਹੈ ਜਿੰਨੀ ਉਹਨਾਂ ਨੇ ਸੇਵਾ ਕੀਤੀ ਹੈ। ਉਹ ਸੇਵਾ ਦਾ ਫਲ ਹੈ, ਸੇਵਾ ਦਾ ਪ੍ਰਭਾਵ ਹੈ। ਉਹਨਾਂ ਨੇ ਹੁਣ ਵੀ ਸੇਵਾ, ਆਪਣੀ ਕਮਾਈ ਦਾ 10ਵਾਂ ਹਿੱਸਾ ਹੁਣ ਵੀ ਉਹ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਭੇਜਦੇ ਹੈ।
ਤੁਸੀਂ ਇਸ ਕਰਕੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਤੋਂ ਜੋ ਬਖਸ਼ਿਸ਼ ਕੀਤਾ ਹੁਕਮਨਾਮਾ ਹੈ, ਥੋੜ੍ਹੇ ਸਮੇਂ ਵਾਸਤੇ ਵਿਚਾਰ ਕਰਨੀ ਹੈ। ਵਿਚਾਰ ਜਿਹੜੀ ਗੁਰੂ ਦੀ ਹੈ ਉਹਦੇ ਵਿੱਚ ਕੋਈ ਧਰਮ ਦਾ ਮਤਲਬ ਨਹੀਂ ਹੁੰਦਾ, ਸਿੱਖ ਦਾ, ਹਿੰਦੂ ਦਾ, ਕ੍ਰਿਸਚਨ ਦਾ ਜਾਂ ਮੁਸਲਮਾਨ ਦਾ, ਉਹਦਾ ਕੋਈ ਗਿਆਨ ਸਾਂਝਾ ਹੈ। ਸੱਚ ਸਾਰਿਆਂ ਦਾ ਸਾਂਝਾ ਹੈ, ਸੱਚ ਮੁਸਲਮਾਨਾਂ ਦਾ ਕੋਈ ਹੋਰ ਨਹੀਂ, ਸਿੱਖਾਂ ਦਾ ਕੋਈ ਹੋਰ ਨਹੀਂ ਹੈ। ਜਿਹੜੀ ਨਿੰਦਿਆ ਚੁਗਲੀ ਸਾਰੇ ਧਰਮਾਂ ਨੇ ਕਿਹਾ ਨਹੀਂ ਕਰਨੀ ਹੈ, ਚੋਰੀ ਚੀਜ਼ ਕਿਸੇ ਦੀ ਸਾਰੇ ਧਰਮਾਂ ਨੇ ਕਿਹਾ ਨਹੀਂ ਚੱਕਣੀ। ਗਿਆਨ ਤਾਂ ਸਾਂਝਾ ਹੀ ਹੈ। ਗਿਆਨ ਤਾਂ ਭਾਵੇਂ ਮੁਸਲਮਾਨਾਂ ਦਾ ਗਿਆਨ ਹੋਵੇ, ਭਾਵੇਂ ਹਿੰਦੂਆਂ ਦਾ ਹੋਵੇ, ਭਾਵੇਂ ਕਿਸੇ ਵੀ ਧਰਮ ਦਾ, ਗਿਆਨ ਤਾਂ ਗਿਆਨ ਹੈ। ਗਿਆਨ ਹੁੰਦਾ ਮਨੁੱਖ ਨੂੰ ਰਸਤਾ ਦੱਸਣਾ, ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ ਜਾਣਾ, ਉਹਨੂੰ ਕਹਿੰਦੇ ਗਿਆਨ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਆਪਣੀ ਪਵਿੱਤਰ ਰਸਨਾ ਤੋਂ ਇੱਕ ਬਖਸ਼ਿਸ਼ ਕੀਤਾ ਹੁਕਮਨਾਮਾ, ਧਨਾਸਰੀ ਮਹੱਲਾ ਚੌਥਾ। ਸਾਰੀ ਬਾਣੀ ਰਾਗਾਂ ਵਿੱਚ ਹੈ। ਇੱਕ ਜਪਜੀ ਸਾਹਿਬ ਜੀ ਦੀ ਇਕੱਲੀ ਪਵਿੱਤਰ ਬਾਣੀ ਹੈ ਜਿਹੜੀ ਜਪਣ ਵਿੱਚ ਹੈ, ਬਾਕੀ ਸਾਰੀ ਬਾਣੀ ਗਾਉਣ ਵਿੱਚ ਹੈ। ਗੁਰਬਾਣੀ ਗਾਵੋ ਭਾਈ, ਸਫਲ ਸਦਾ ਸੁਖਦਾਈ। ਮਰਦਾਨੇ ਨੇ ਰਬਾਬ ਵਜਾਈ, ਸਾਰੀ ਜ਼ਿੰਦਗੀ ਗੁਰੂ ਨਾਨਕ ਦੇਵ ਮਹਾਰਾਜ ਨੇ ਗਾ ਕੇ ਬਾਣੀ ਪੜ੍ਹੀ ਹੈ ਅਤੇ ਜਪਜੀ ਸਾਹਿਬ ਨੂੰ ਜਪਣ ਵਾਸਤੇ ਹਦਾਇਤ ਕੀਤੀ ਹੈ। ਇਹ ਜਪਜੀ ਤਾਂ ਇਹਦਾ ਨਾਮ ਲਿਖਿਆ, ਇਹਨੂੰ ਜਪਣ ਵਾਸਤੇ ਹਦਾਇਤ ਕੀਤੀ ਹੈ। ਅਤੇ ਜਿਹੜੇ ਜਪਦੇ ਉਹਨਾਂ ਨੂੰ ਪਤਾ ਹੈ, ਜਿਹੜੇ ਗਾਉਂਦੇ ਉਹਨਾਂ ਨੂੰ ਵੀ ਪਤਾ ਹੈ। ਸਾਰੇ ਰਾਗਾਂ ਦਾ ਜ਼ਿਕਰ ਪਿੱਛੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਰਾਗਮਾਲਾ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਮੰਨ ਕੇ ਉਹਨਾਂ ਸਾਰਿਆਂ ਰਾਗਾਂ ਦੀਆਂ ਇਸਤਰੀਆਂ, ਉਹਨਾਂ ਦੇ ਪੁੱਤਰ ਸਾਰਿਆਂ ਦੇ ਨਾਮ ਦਰਜ ਕੀਤੇ ਹੈ। ਇਹ ਧਨਾਸਰੀ ਰਾਗਣੀ ਹੈ। ਧਨਾਸਰੀ ਇਹ ਪੰਚੋਂ ਗਾਈ, ਮਾਲ ਰਾਗ ਕੋ ਸਕ ਸੰਗ ਲਾਈ। ਕੌਂਸ ਰਾਗ ਦੀ ਇਸਤਰੀ ਹੈ। ਇਸ ਰਾਗ ਦੇ ਅੰਦਰ ਇਸ ਸ਼ਬਦ ਨੂੰ ਗਾਉਣ ਵਾਸਤੇ ਹਦਾਇਤ ਕੀਤੀ ਹੈ ਗੁਰੂ ਰਾਮਦਾਸ ਮਹਾਰਾਜ ਨੇ। ਇਹ ਰਾਗੀਆਂ ਨੇ ਸ਼ਬਦ ਗਾਉਣਾ ਹੁੰਦਾ। ਜਿਹੜੇ ਰਾਗੀ ਰਾਗ ਵਿਦਿਆ ਦੇ ਜਾਣੂ ਹੈ ਉਹਨਾਂ ਵਾਸਤੇ ਗੱਲ ਹੈ, ਕਿਹੜੇ ਘਰ ਵਿੱਚ ਗਾਉਣਾ, ਕਿਹੜੇ ਤਾਲ ਵਿੱਚ ਗਾਉਣਾ, ਕਿਹੜੇ ਰਾਗ ਵਿੱਚ ਗਾਉਣਾ, ਇਹ ਰਾਗੀਆਂ ਨੂੰ ਹਦਾਇਤ ਕੀਤੀ ਗੁਰੂ ਰਾਮਦਾਸ ਮਹਾਰਾਜ ਨੇ। ਆਪਾਂ ਵਾਸਤੇ ਇੱਕ ਵਿਚਾਰ ਹੈ। ਧਨਾਸਰੀ ਮਹੱਲਾ ਚੌਥਾ। ਚੌਥੇ ਗੁਰੂ ਰਾਮਦਾਸ ਮਹਾਰਾਜ। ਮਹੱਲੇ ਦਾ ਅਰਥ ਹੈ ਪਾਤਸ਼ਾਹ, ਮਹੱਲੇ ਦਾ ਅਰਥ ਹੈ ਸਰੂਪ। ਚੌਥੇ ਪਾਤਸ਼ਾਹ, ਚੌਥੇ ਗੁਰੂ ਨਾਨਕ ਦੇ ਚੌਥੇ ਸਰੂਪ ਗੁਰੂ ਰਾਮਦਾਸ ਮਹਾਰਾਜ ਆਪਣੀ ਪਵਿੱਤਰ ਰਸਨਾ ਤੋਂ ਬਖਸ਼ਿਸ਼ ਕੀਤਾ ਹੋਇਆ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਪਰਿਵਾਰ ਨੂੰ। ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਹਰੇਕ ਮਨੁੱਖ ਦੀ ਇੱਛਾ ਹੈ, ਪਸ਼ੂ ਦੀ ਵੀ ਇੱਛਾ ਹੈ, ਜਿਹੜੀ ਬਨਸਪਤੀ ਹੈ ਉਹਦੀ ਵੀ ਇੱਛਾ ਹੈ। ਜਿਹੜੇ ਬੂਟੇ ਆ ਇਹ ਵੀ ਖਾਦ ਚਾਹੁੰਦੇ ਆ, ਢੇਰ ਚਾਹੁੰਦੇ ਆ। ਜਿਹੜੇ ਜਾਨਵਰ ਪਸ਼ੂ ਪੰਛੀ ਉਹ ਵੀ ਖੁਰਾਕ ਚਾਹੁੰਦੇ ਆ। ਮਨੁੱਖ ਦੀ ਵੀ ਇੱਛਾ ਹੈ ਚੰਗੇ ਕੱਪੜੇ ਹੋਣ, ਚੰਗਾ ਧਨ ਦੌਲਤ ਹੋਵੇ, ਮੇਰੀ ਮਾਣ ਸੋਭਾ ਵਡਿਆਈ ਹੋਵੇ ਅਤੇ ਮੈਨੂੰ ਸਤਿਕਾਰ ਲੋਕ ਦੇਣ, ਮੇਰਾ ਸੁੰਦਰ ਸਰੀਰ ਹੋਵੇ, ਸੁੰਦਰ ਮਕਾਨ ਹੋਵੇ, ਸੁੰਦਰ ਗੱਡੀ ਹੋਵੇ। ਹਰੇਕ ਮਨੁੱਖ ਦੀ ਇੱਛਾ ਹੈ। ਇੱਛਾ ਸਾਰੇ ਸੰਸਾਰ ਵਿੱਚ ਰਾਜਿਆਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ। ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ, ਰਾਜਿਆਂ ਕੋਲ ਧਨ ਜ਼ਿਆਦਾ ਹੈ, ਇਹਨਾਂ ਦੀਆਂ ਇੱਛਾ ਪੂਰੀਆਂ ਹੋ ਗਈਆਂ। ਰਾਜਿਆਂ ਨੂੰ ਪੁੱਛ ਕੇ ਦੇਖੋ ਤੁਹਾਡੀਆਂ ਇੱਛਾ ਪੂਰੀਆਂ ਨੇ। ਕਿਸੇ ਨੂੰ ਅਸਾਧ ਰੋਗ ਲੱਗ ਜਾਵੇ, ਕੋਈ ਉਹਦਾ ਇਲਾਜ ਨਾ ਹੋਵੇ, ਰਾਜੇ ਕੋਈ ਇੱਛਾ ਪੂਰੀ ਨਹੀਂ ਹੋ ਸਕਦੀ ਕਦੀ ਵੀ। ਕਿਸੇ ਰਾਜੇ ਦੇ ਔਲਾਦ ਨਾ ਹੋਵੇ, ਰਾਜੇ ਦੀ ਇੱਛਾ ਪੂਰੀ ਨਹੀਂ ਹੋ ਸਕਦੀ। ਇੱਛਾ ਪੂਰੀਆਂ ਕਰਨ ਵਾਲਾ ਇੱਕੋ ਇੱਕ ਨਿਰੰਕਾਰ, ਜਿਹਨੂੰ ਸਾਰੀ ਸ੍ਰਿਸ਼ਟੀ ਮੰਨਦੀ ਹੈ। ਕੋਈ ਕਿਸੇ ਰੂਪ ਵਿੱਚ ਮੰਨਦਾ ਹੈ, ਕੋਈ ਕਿਸੇ ਰੂਪ ਵਿੱਚ ਮੰਨਦਾ ਹੈ, ਕੋਈ ਦੇਵਤਿਆਂ ਨੂੰ ਮੰਨਦਾ ਹੈ, ਕੋਈ ਦੇਵੀਆਂ ਨੂੰ ਮੰਨਦਾ, ਉਹ ਵੀ ਠੀਕ ਹੈ। ਅਵਤਾਰੀ ਪੁਰਸ਼ ਨੇ, ਉਹਨਾਂ ਨੇ ਵੀ ਨਿਰੰਕਾਰ ਦਾ ਸਿਮਰਨ ਕੀਤਾ ਹੈ। ਮਾੜੇ ਨਹੀਂ ਕਿਸੇ ਨੂੰ ਕਿਹਾ ਜਾ ਸਕਦਾ। ਜਿਨ੍ਹਾਂ ਨੇ ਪਰਮੇਸ਼ਰ ਦਾ ਭਜਨ ਕੀਤਾ ਹੈ, ਗਾਵਣ ਤੁਧਨੋਂ ਇੰਦਰ ਆਸਣ ਬੈਠੇ, ਦੇਵਤਿਆਂ ਦਰ ਨਾਲੇ। ਮਹਾਰਾਜ ਤੈਨੂੰ ਦੇਵਤੇ ਸਾਰੇ ਹੀ ਗਾਉਂਦੇ ਆ। ਉਹਨਾਂ ਦੀ ਨਿੰਦਿਆ ਕਰਨ ਵਾਲੇ ਫਿਰ ਕੌਣ ਹੋਣਗੇ ਭਾਈ? ਇਹ ਸਾਰੇ ਜਿਹਨੂੰ ਵੀ ਕੋਈ ਮੰਨਦਾ ਹੈ, ਉਹਨਾਂ ਪੁਰਖਾਂ ਨੇ ਉਹ ਇੱਛਾ ਪੂਰਨ ਕਰਨ ਵਾਸਤੇ, ਇੱਛਾ ਪੂਰੀਆਂ ਕਰਨ ਵਾਸਤੇ ਮਨੁੱਖ ਆਪਣੇ ਦੇਵੀ ਦੇਵਤਿਆਂ ਨੂੰ, ਮਹਾਤਮਾ ਨੂੰ ਮੰਦਰਾਂ ਵਿੱਚ, ਮਸੀਤਾਂ ਵਿੱਚ, ਗੁਰਦੁਆਰਿਆਂ ਵਿੱਚ ਉਹਨਾਂ ਇੱਛਾ ਨੂੰ ਪੂਰੀਆਂ ਕਰਨ ਵਾਸਤੇ ਪਹੁੰਚਦਾ ਹੈ। ਇੱਕ ਚੇਤਾ ਰੱਖਿਓ, ਤੁਹਾਡੇ ਵਿੱਚ ਬਹੁਤ ਸਾਰੇ ਪ੍ਰੇਮੀ ਵੀ ਬੈਠੇ ਹੋਣਗੇ। ਇੱਕ ਪਾਰਸ ਪੱਥਰ ਹੁੰਦਾ ਹੈ, ਉਹ ਪੱਥਰ ਪਹਾੜਾਂ ਵਿੱਚੋਂ ਮਿਲਦਾ ਹੈ। ਮਹਾਤਮਾ ਲੋਕਾਂ ਦੀ ਨਿਗਾਹ ਵਿੱਚ ਤਾਂ ਹੁੰਦਾ ਹੈ, ਉਹ ਆਮ ਦੁਨੀਆ ਨੂੰ ਪਤਾ ਨਹੀਂ ਲੱਗਦਾ। ਉਹ ਪਾਰਸ ਵਿੱਚ ਇੱਕ ਪਾਵਰ ਹੈ, ਜਿਸ 8 ਤਾਤਾਂ ਨੂੰ, ਲੋਹੇ ਨੂੰ ਅਤੇ ਹੋਰ ਤਾਂਬੇ ਨੂੰ ਲੱਗ ਜਾਵੇ, ਉਹਨੂੰ ਸੋਨੇ ਦਾ ਰੂਪ ਕਰ ਦਿੰਦਾ।
ਉਹ ਕਿਸੇ ਨੂੰ ਪਤਾ ਨਹੀਂ ਹੈ। ਕੇਵਲ ਮਹਾਤਮਾ ਦੀ ਨਿਗਾਹ ਵਿੱਚ ਹੈ। ਭਗਤ ਰਵਿਦਾਸ ਜੀ ਨੂੰ ਪਰਮੇਸ਼ਰ ਨਿਰੰਕਾਰ ਜੀ ਪਾਰਸ ਪੱਥਰ ਦੇ ਗਏ ਸੀ, ਪਰ ਉਹਨਾਂ ਨੇ ਵਰਤਿਆ ਨਹੀਂ ਸੀ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੀ ਹੈ। ਉਹ ਪਾਰਸ ਕਿਸੇ ਨੂੰ ਪਤਾ ਨਹੀਂ ਹੈ ਕਿੱਥੋਂ ਮਿਲਦਾ। ਦੂਜਾ ਹੈ ਇੱਕ 52 ਚੰਦਰ ਦਾ ਜ਼ਿਕਰ ਹੈ। ਚੰਦਨ ਦੀ ਖੁਸ਼ਬੂ ਹੈ। ਛੋਟਾ ਜਿਹਾ ਟੁਕੜਾ ਤੁਸੀਂ ਚਾਦਰ ਦੀ ਬੁੱਕਲ ਮਾਰ ਕੇ ਵਿੱਚ ਰੱਖ ਲਓ, ਸਾਰੀ ਚਾਦਰ ਦੀ ਅੰਦਰ ਬੁੱਕਲ ਦੀ ਖੁਸ਼ਬੂ ਫੈਲ ਜਾਂਦੀ ਹੈ। ਇੰਨੀ ਚੰਦਨ ਵਿੱਚ ਖੁਸ਼ਬੂ ਹੈ। ਜਿੱਧਰ ਨੂੰ ਉਹਦੇ ਵਿੱਚੋਂ ਹਵਾ ਜਾਂਦੀ ਹੈ, ਜਿੰਨੇ ਦਰਖਤ ਹੈ ਉਹ ਸਾਰੇ ਸੁਗੰਧੀ ਨਾਲ ਭਰ ਜਾਂਦੇ, ਇੰਨੀ ਸੁਗੰਧੀ ਹੈ। ਤੁਸੀਂ ਸਾਰੇ ਬੈਠੇ ਹੋ ਸਿਆਣੇ, ਸਾਰਿਆਂ ਨੂੰ ਨਹੀਂ ਪਤਾ ਹੋਣਾ ਚੰਦਨ ਕਿੱਥੇ ਪੈਦਾ ਹੁੰਦਾ, ਕਿੱਥੋਂ ਆਉਂਦਾ ਏ, ਪਰ ਕੁਝ ਚੀਜ਼ਾਂ ਐਸੀਆਂ ਆ ਜਿਹੜੀਆਂ ਗੁਰੂ ਨੇ ਦੱਸ ਦਿੱਤੀਆਂ, ਗੁਰੂ ਗ੍ਰੰਥ ਸਾਹਿਬ ਜੀ ਨੇ, ਵੀ ਜੇ ਤੈਂ ਸਾਰੀਆਂ ਚੀਜ਼ਾਂ ਲੈਣੀਆਂ ਤੈਨੂੰ ਇੱਕੋ ਜਗ੍ਹਾ ਤੋਂ, ਕਿਸੇ ਨੂੰ ਗਿਆਨ ਨਾ ਹੋਵੇ, ਬੰਦਾ ਕੋਈ ਨਵਾਂ ਹੋਵੇ, ਉਹ ਬਾਜ਼ਾਰ ਵਿੱਚ ਜਾ ਕੇ ਪੁੱਛਦਾ ਵੀ ਮੈਂ ਸੋਨਾ ਲੈਣਾ ਕਿੱਥੋਂ ਲਵਾਂ, ਉਹ ਦੱਸਣ ਵਾਲੇ ਬੰਦੇ ਦੱਸ ਜਾਂਦੇ ਫਲਾਨੀ ਜਗ੍ਹਾ 'ਤੇ ਦੁਕਾਨ ਹੈ। ਕਿਸੇ ਨੇ ਕਰਿਆਨਾ ਲੈਣਾ, ਉਹਨੂੰ ਦੱਸ ਦਿੰਦੇ ਫਲਾਨੀ ਜਗ੍ਹਾ 'ਤੇ ਤੈਨੂੰ ਇਹ ਚੀਜ਼ ਮਿਲ ਜਾਣੀ ਹੈ। ਇਸੇ ਤਰ੍ਹਾਂ ਮਨੁੱਖ ਦੀਆਂ ਇੱਛਾ ਤਾਂ ਪੂਰੀਆਂ ਨਹੀਂ ਹੁੰਦੀਆਂ, ਪਰ ਜੇ ਸਾਰੀਆਂ ਇੱਛਾ ਪੂਰੀਆਂ ਕਰਨੀਆਂ ਹੋਣ, ਕੋਈ ਇੱਛਾ ਐਸੀ ਨਾ ਹੋਵੇ ਜਿਹੜੀ ਪੂਰੀ ਨਾ ਹੋਵੇ, ਉਹ ਕਿੱਥੋਂ ਮਿਲਣੀ ਆ। ਉਹ ਗੁਰੂ ਰਾਮਦਾਸ ਮਹਾਰਾਜ ਨੇ ਦੱਸੀ ਹੈ ਵੀ ਉਹ ਇੱਛਾ ਤੈਨੂੰ ਕਿੱਥੋਂ ਪੂਰੀ ਹੋਊਗੀ। ਉਹ ਨਿਰੰਕਾਰ ਨੂੰ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਬਸ ਹੈ ਕਾਮ ਤੇਨਾ। ਕਾਮ ਤੇਨ ਗਊ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਵੇਦਾਂ ਵਿੱਚ ਵੀ ਹੈ। ਅਤੇ ਇੱਕ ਪਾਰਜਾਤ ਰੁੱਖ ਹੈ। ਰਾਏ ਬਲਵੰਡ ਜੀ, ਸੱਤਾ ਡੂਮ ਜੀ, ਜਿਨ੍ਹਾਂ ਨੇ ਗੁਰੂ ਅੰਗਦ ਦੇਵ ਮਹਾਰਾਜ ਤੋਂ ਲੈ ਕੇ 5ਵੇਂ ਪਾਤਸ਼ਾਹੀ ਤੱਕ ਕੀਰਤਨ ਉਹਨਾਂ ਦੇ ਸਾਹਮਣੇ ਬੈਠ ਕੇ ਕੀਤਾ, ਉਹਨਾਂ ਨੇ ਆਪਣੀ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ। ਜਦੋਂ ਸਮੁੰਦਰ ਰਿੜਕਿਆ, ਦੇਵਤਿਆਂ ਨੇ ਅਤੇ ਰਾਖਸ਼ਾਂ ਨੇ ਇਕੱਠੇ ਹੋ ਕੇ ਸਮੇਰ ਪਰਬਤ ਦਾ ਵਧਾਣਾ ਪਾਇਆ ਅਤੇ ਨੇਤਰਾ ਪਾਇਆ ਸ਼ੇਸ਼ ਨਾਗ ਦਾ, ਉਹਦੇ ਵਿੱਚੋਂ 14 ਰਤਨ ਨਿਕਲੇ। ਉਹਨਾਂ 14 ਰਤਨਾਂ ਵਿੱਚੋਂ ਇੱਕ ਕਾਮਧੇਨ ਗਊ ਨਿਕਲੀ, ਇੱਕ ਕਲਪ ਬ੍ਰਿਛ ਨਿਕਲਿਆ। ਵੈਸੇ 14 ਰਤਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਵੀ ਹੈ। ਅੰਮ੍ਰਿਤ ਭਗਤ ਤਰਲੋਚਨ ਜੀ ਦੀ ਪਵਿੱਤਰ ਬਾਣੀ ਵਿੱਚ ਜ਼ਿਕਰ ਹੈ। ਅੰਮ੍ਰਿਤ ਸਸੀਆ ਤੇਨ ਲక్ష్ਮੀ, ਕਲਪਤਰ ਸਿਖਰ ਸੁਨਾਗਰ, ਨਦੀ ਚੇ ਨਾਥੰ, ਕਲਪ ਬ੍ਰਿਛ ਅਤੇ ਕਾਮਧੇਨ ਗਊ। ਉਹ ਕਲਪ ਬ੍ਰਿਛ ਇੰਦਰ ਦੇ ਬਾਗ ਵਿੱਚ ਹੈ, ਜਿਹਨੂੰ ਕਿਸੇ ਟਾਈਮ 'ਤੇ ਭਗਵਾਨ ਕ੍ਰਿਸ਼ਨ ਆਪਣੇ ਘਰਵਾਲੀ ਸੱਤਿਆ ਭਾਮਾ ਨੂੰ ਖੁਸ਼ ਕਰਨ ਵਾਸਤੇ ਇੰਦਰ ਦੇ ਰਾਜ ਵਿੱਚੋਂ ਲੈ ਕੇ ਆਏ ਸੀ, ਜਿਹਦਾ ਜ਼ਿਕਰ ਆਸਾ ਜੀ ਦੀ ਵਾਰ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਨੇ ਲਿਖਿਆ ਹੈ। ਪਾਰਜਾਤ ਗੋਪੀ ਲੈ ਆਇਆ, ਬਿੰਦਰਾਵਨ ਮੈਂ ਰੰਗ ਕੀਆ, ਇਹਦਾ ਜ਼ਿਕਰ ਕੀਤਾ ਹੈ। ਉਹ ਕਲਪ ਬ੍ਰਿਛ ਇੰਦਰ ਦੇ ਰਾਜ ਵਿੱਚ ਹੈ। ਇੱਕ ਕਾਮਧੇਨ ਗਊ ਹੈ। ਕਲਪ ਬ੍ਰਿਛ ਦੇ ਥੱਲੇ ਬੈਠ ਜਾਓ, ਜਿਹੜੀ ਤੁਹਾਡੀ ਇੱਛਾ ਹੋਊਗੀ ਇੱਛਾ ਪੂਰੀ ਹੋ ਜਾਊਗੀ। ਉਹ ਦਰਖਤ ਵਿੱਚ ਇੱਕ ਪਾਵਰ ਹੈ, ਉਹਦੇ ਥੱਲੇ ਜਿਹੜੀ ਵੀ ਇੱਛਾ ਬਣਾਓਗੇ ਇੱਛਾ ਪੂਰੀ ਹੋ ਜਾਊਗੀ। ਇੱਕ ਕਾਮਧੇਨ ਗਊ ਹੈ। ਜਦੋਂ ਸਮੁੰਦਰ ਰਿੜਕਿਆ, ਕਾਮਧੇਨ ਗਊ ਨਿਕਲੀ। ਉਹਨਾਂ ਨੇ, ਭਗਵਾਨ ਨੇ ਕਿਹਾ ਸੀ ਦੇਵਤਿਆਂ ਅਤੇ ਰਾਖਸ਼ਾਂ ਨੂੰ ਵੀ ਜਿਹੜੀ ਚੀਜ਼ ਨਿਕਲੂਗੀ ਤੁਸੀਂ ਇੱਕ ਚੀਜ਼ ਲੈ ਲਿਓ। ਜਿੱਦਾਂ ਇੱਕ ਚੀਜ਼ ਨਿਕਲੀ ਆ ਦੇਵਤਿਆਂ ਨੂੰ ਦੇਤੀ, ਦੂਜੀ ਨਿਕਲੀ ਰਾਖਸ਼ਾਂ ਨੂੰ ਦੇਤੀ। ਜਦੋਂ ਲక్ష్ਮੀ ਜੀ ਨਿਕਲੇ ਤਾਂ ਲక్ష్ਮੀ ਜੀ ਨੇ ਦੋਹਾਂ ਕੋਲ ਜਾਣ ਤੋਂ ਇਨਕਾਰੀ ਹੋ ਗਏ। ਕਹਿੰਦੇ ਨਾ ਮੈਂ ਰਾਖਸ਼ਾਂ ਕੋਲ ਜਾਣਾ, ਨਾ ਮੈਂ ਦੇਵਤਿਆਂ ਕੋਲ ਜਾਣਾ। ਦੇਵਤਿਆਂ ਕੋਲ ਜਾਂਦੇ ਆ ਇਹ ਵੀ ਹੰਕਾਰੀ ਹੋ ਜਾਂਦੇ ਆ, ਰਾਖਸ਼ਾਂ ਕੋਲ ਜਾਂਦੇ ਆ ਮੈਨੂੰ ਪੁੱਠੇ ਪਾਸੇ ਵਰਤਦੇ ਆ, ਗਲਤ ਪਾਸੇ ਮਾਇਆ ਲਾਉਂਦੇ ਆ। ਮੈਂ ਨਿਰੰਕਾਰ ਦੇ ਚਰਨਾਂ ਵਿੱਚ ਰਹਿਣਾ। ਜਦੋਂ ਕਾਮਧੇਨ ਗਊ ਨਿਕਲੀ, ਫਿਰ ਨਿਰੰਕਾਰ ਜੀ ਨੇ ਇਹਦੇ ਵਿੱਚ ਪਤਾ ਨਹੀਂ ਕਿਹਦੀ ਬਾਰੀ, ਪਤਾ ਨਹੀਂ ਕਿਹਦੀ ਸੀ, ਪਰ ਨਿਰੰਕਾਰ ਜੀ ਨੇ ਇਹ ਗੱਲ ਦੇਵਤਿਆਂ ਰਾਖਸ਼ਾਂ ਨੂੰ ਕਹੀ। ਕਹਿਣ ਲੱਗੇ ਵੀ ਇਹ ਜਿਹੜੀ ਚੀਜ਼ ਨਿਕਲੀ ਆ ਤੁਸੀਂ ਇਹ ਸਾਧੂਆਂ ਨੂੰ ਦੇ ਦਿਓ। ਕਰਦੇ ਆ ਜਦੋਂ ਉਹਨਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ, ਉਹਨਾਂ ਨੂੰ ਰਾਜਿਆਂ ਕੋਲ ਜਾਣਾ ਪੈਂਦਾ, ਉਹਨਾਂ ਨੂੰ ਮੰਗਣ ਨਾ ਜਾਣਾ ਪਵੇ। ਇਹ ਚੀਜ਼ ਤੁਸੀਂ ਸਾਧੂਆਂ ਨੂੰ ਦੇ ਦਿਓ। ਔਰ ਇਹ ਜਿਹੜੀ ਚੀਜ਼ ਹੈ ਦੇਵਤਿਆਂ ਦੇ ਕੋਲ, ਇੰਦਰ ਦੇ ਕੋਲ ਰਾਖਵੀਂ ਰੱਖ ਦਿਓ। ਜਿਹੜੇ ਮਹਾਤਮਾ ਨੂੰ ਜ਼ਰੂਰਤ ਹੋਊਗੀ ਉੱਥੋਂ ਲੈ ਆਵੇ, ਉਹ ਫਿਰ ਆਪਣੀ ਇੱਛਾ ਪੂਰੀ ਕਰਕੇ ਗਊ ਫਿਰ ਉੱਥੇ ਛੱਡ ਆਵੇ। ਇਹ ਗਊ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਹੈ, ਦੂਸਰਿਆਂ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਹੈ। ਇਹ ਦੁਆਬੇ ਦੀ ਧਰਤੀ ਨੂੰ ਵੱਡਾ ਮਾਣ ਹੈ। ਇਹ ਦੁਆਬੇ ਦੀ ਧਰਤੀ 'ਤੇ ਵੱਡੇ ਵੱਡੇ ਮਹਾਤਮਾ, ਸਤਯੁਗ ਦੇ ਅਵਤਾਰੀ ਪੁਰਸ਼ ਪਰਸ਼ੂਰਾਮ, ਉਹ ਦੁਆਬੇ ਦੀ ਧਰਤੀ 'ਤੇ ਪੈਦਾ ਹੋਏ ਆ।
ਔਰ ਉਹਨਾਂ ਦੇ ਪਿਤਾ ਜਮਦਗਨ ਰਿਖੀ ਨੇ ਦੁਆਬੇ ਦੀ ਧਰਤੀ ਤੇ ਕਾਮਧੇਨ ਗਊ ਕਿਸੇ ਟਾਈਮ ਤੇ ਲੈ ਕੇ ਆਏ ਸੀ। ਪਰਸ਼ੂਰਾਮ ਦੇ ਪਿਤਾ ਜਮਦਗਨ ਰਿਖੀ, ਜਿਹਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਹੰਸਰ ਬਾਹੂ ਰਾਜਾ ਅਜੜਾਮ ਦੇ ਰਾਜ ਕਰਨੇ ਵਾਲਾ ਸੀ। ਉਹਦਾ ਰਿਸ਼ਤੇਦਾਰ ਸੀ ਜਮਦਗਨ ਰਿਖੀ, ਉਹਦਾ ਰਿਸ਼ਤੇਦਾਰ ਵੀ ਸੀ ਆਪਸ ਵਿੱਚ। ਜਦੋਂ ਕਿਤੇ ਵਿਆਹ ਸ਼ਾਦੀਆਂ ਵਿੱਚ ਆਮ ਮਨੁੱਖਾਂ ਦੀ ਇੱਛਾ ਹੁੰਦੀ ਸਾਨੂੰ ਸਤਿਕਾਰ ਮਿਲੇ, ਮੇਰੇ ਚੰਗੇ ਕੱਪੜੇ ਹੋਣ, ਮੈਨੂੰ ਦੁਨੀਆ ਬੁਲਾਵੇ, ਮੇਰਾ ਸਤਿਕਾਰ ਲੋਕ ਕਰਨ, ਮੈਨੂੰ ਚੰਗਾ ਕਹਿਣ, ਆਮ ਲੋਕਾਂ ਦੀ ਇੱਛਾ ਹੁੰਦੀ ਹੈ। ਪਰ ਗਰੀਬਾਂ ਦੀਆਂ ਇੱਛਾ ਇਹ ਪੂਰੀਆਂ ਨਹੀਂ ਹੁੰਦੀਆਂ। ਉਹ ਅਮੀਰਾਂ ਵੱਲ ਦੇਖ ਕੇ ਆਪਣੇ ਵੱਲ ਝੂਰਦੇ ਰਹਿੰਦੇ ਆ। ਉਸ ਦਾ ਰਿਸ਼ਤੇਦਾਰ ਸੀ। ਇੱਕ ਜਿਹੜੀ ਲੜਕੀ ਸੀ ਰਿਖੀ ਨੂੰ ਵਿਆਹੀ ਹੋਈ ਸੀ, ਇੱਕ ਲੜਕੀ ਰਾਜੇ ਨੂੰ ਵਿਆਹੀ ਹੋਈ ਸੀ। ਸਹੰਸਰ ਬਾਹੂ ਰਾਜੇ ਨੂੰ ਇੱਕ ਵਿਆਹੀ ਹੋਈ ਸੀ, ਇੱਕ ਜਮਦਗਨ ਰਿਖੀ ਨੂੰ ਵਿਆਹੀ ਹੋਈ ਸੀ। ਜਮਦਗਨ ਰਿਖੀ ਦੇ ਕੋਲ ਉਹਨੇ ਇੱਕ ਆਪਣਾ ਸੰਸਾ ਰੱਖਿਆ। ਉਸਦੇ ਘਰ ਵਾਲੀ ਨੇ, ਰੇਣਕਾ ਉਹਦਾ ਨਾਮ ਸੀ, ਉਹਨੇ ਸੰਸਾ ਰੱਖਿਆ। ਜਦੋਂ ਅਸੀਂ ਕਿਸੇ ਵਿਆਹ ਸ਼ਾਦੀ ਜਾਂ ਸਮਾਗਮ ਵਿੱਚ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਜਾਂਦੇ ਹਾਂ, ਸਾਨੂੰ ਬੜੀ ਨਮੋਸ਼ੀ ਦੇਖਣੀ ਪੈਂਦੀ ਆ। ਹੋਰ ਸਾਰੇ ਰਿਸ਼ਤੇਦਾਰ ਵਧੀਆ ਵਧੀਆ ਸਮਾਨ ਲੈ ਕੇ ਆਉਂਦੇ, ਸਾਡੇ ਕੋਲ ਹੈ ਵੀ ਕੁਛ ਨਹੀਂ ਆ। ਅਸੀਂ ਲੈ ਕੇ ਤਾਂ ਕੀ ਜਾਣਾ, ਸਾਡੇ ਕੋਲ ਵਸਤਰ ਵੀ ਵਧੀਆ ਨਹੀਂ ਹੈ। ਇਸ ਕਰਕੇ ਅਸੀਂ ਇਸ ਗੱਲੋਂ, ਭਾਵੇਂ ਅਸੀਂ ਪਰਮੇਸ਼ਰ ਦਾ ਨਾਮ ਜਪਦੇ ਹਾਂ, ਪਰ ਸਾਡੇ ਕੋਲ ਚੀਜ਼ਾਂ ਦੀ ਘਾਟ ਤਾਂ ਹੈ। ਦੁਨੀਆ ਗ੍ਰੰਥ ਕਹਿੰਦੇ ਆ, ਮਹਾਤਮਾ ਕਹਿੰਦੇ ਆ, ਰੱਬ ਦਾ ਨਾਮ ਜਪੋ ਤੁਹਾਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਪਰ ਸਾਡੇ ਕੋਲ ਤਾਂ ਇੱਥੇ ਕੁਛ ਨਹੀਂ ਹੈ। ਉਹ ਰਿਖੀ ਕਹਿਣ ਲੱਗਿਆ, ਇੱਦਾਂ ਨਾ ਕਰ। ਇਹ ਮਹਾਤਮਾ ਲੋਕ ਉਹਨੂੰ ਗੱਲ ਨੂੰ ਲੁਕੋ ਕੇ ਰੱਖਦੇ ਆ, ਭਾਵੇਂ ਸਾਰਾ ਕੁਝ ਖਜ਼ਾਨਾ ਉਹਨਾਂ ਦੇ ਕੋਲ ਹੀ ਹੁੰਦਾ ਹੈ। ਸਬਰ ਅੰਦਰ ਸਾਬਰੀ ਤਨ ਏਵੇ ਜਾਲੇਨ, ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇਣ। ਇਹ ਹੁੰਦੇ ਰੱਬ ਦੇ ਨੇੜੇ ਆ, ਭੇਤ ਕਿਸੇ ਨੂੰ ਦੱਸਦੇ ਨਹੀਂ ਆ। ਉਹਨੂੰ ਕਹਿਣ ਲੱਗਾ, ਰਿਸ਼ੀ ਕਹਿਣ ਲੱਗਿਆ, ਤੂੰ ਇੱਦਾਂ ਨਾ ਕਰ, ਤੇਰੀ ਭੈਣ ਦੀ ਸ਼ਾਦੀ ਹੈ। ਹੁਣ ਸਹੰਸਰ ਬਾਹੂ ਰਾਜੇ ਨੇ ਇੱਥੋਂ ਲੰਘਣਾ ਹੈ, ਅਸੀਂ ਉਹਨੂੰ ਰਸਤੇ ਵਿੱਚ ਰੋਕ ਕੇ ਪ੍ਰਸ਼ਾਦਾ ਵਰ ਜਾਵਾਂਗੇ, ਉਹਦੀ ਸੇਵਾ ਕਰਾਂਗੇ। ਉਹਨਾਂ ਨੂੰ ਨੇਂਦਾ ਦੇ ਦਿੱਤਾ ਵੀ ਤੁਸੀਂ ਇੱਥੋਂ ਲੰਘਣਾ ਕਿਸੇ ਦਿਨ, ਮੇਰੇ ਆਸ਼ਰਮ 'ਤੇ ਪ੍ਰਸ਼ਾਦਾ ਜਲ ਪਾਣੀ ਸੇਵਾ ਮੈਂ ਤੁਹਾਡੀ ਕਰਨੀ ਆ, ਜਾਂਦੇ ਹੋਏ ਇੱਥੋਂ ਰੁਕ ਕੇ ਜਾਇਓ। ਇਹ ਸਥਾਨ ਹੈ ਫਗਵਾੜੇ ਤੋਂ ਹੁਸ਼ਿਆਰਪੁਰ ਨੂੰ ਜਾਈਏ, ਰਸਤੇ ਵਿੱਚ ਖਾਟੀ ਪਲਾਹੀ ਪਿੰਡ ਪੈਂਦਾ ਹੈ। ਖਾਟੀ ਹੈ, ਉੱਚਾ ਜਿਹਾ ਇੱਥੇ ਹੈ, ਉਹਦੇ ਉੱਤੇ ਨਗਰ ਵਸਿਆ ਹੋਇਆ ਹੈ। ਉੱਥੇ ਜਮਦਗਨ ਰਿਖੀ ਰਹਿੰਦਾ ਸੀ, ਉਹਦੇ ਘਰ ਵਾਲੀ ਰਹਿੰਦੀ ਸੀ। ਜਿਹੜਾ ਪਰਸ਼ੂਰਾਮ ਦਾ ਪੁੱਤਰ, ਉੱਥੋਂ ਕੋਈ 5-7 ਕਿਲੋਮੀਟਰ 'ਤੇ ਇੱਕ ਜਗ੍ਹਾ ਹੈ, ਉੱਥੇ ਬੈਠ ਕੇ ਜੰਗਲ ਵਿੱਚ ਤਪੱਸਿਆ ਕਰਦਾ ਸੀ। ਉੱਥੋਂ ਜਦੋਂ ਰਾਜੇ ਆਏ, ਰਾਜਿਆਂ ਦੇ ਨਾਲ ਬੜਾ ਸ਼ਾਹੀ ਠਾਠ ਹੁੰਦਾ, ਫੌਜਾਂ ਸਨ, ਬੜੇ ਬੜੇ ਅਮੀਰ ਆਦਮੀ ਉਹਨਾਂ ਦੇ ਨਾਲ ਬਰਾਤ ਵਿੱਚ ਸ਼ਾਮਲ ਸਨ, ਹਾਥੀ ਘੋੜੇ, ਬਹੁਤ ਜਿਹੜਾ ਰਾਜਸੀ ਠਾਠ ਦੇਖਿਆ। ਤਾਂ ਮੋਰੇ ਰਿਖੀ ਨੇ ਵੀ ਉਹਦਾ ਪ੍ਰਬੰਧ ਕੀਤਾ ਹੋਇਆ ਸੀ। ਰਿਖੀ ਨੇ ਵੀ ਰਾਜਿਆਂ ਦੇ ਆਉਣ ਦਾ, ਜੋ ਰਾਜਿਆਂ ਨੂੰ ਚਾਹੀਦਾ ਸੀ ਉੱਦਾਂ ਦਾ ਸਮਾਨ ਇਕੱਠਾ ਕੀਤਾ ਹੋਇਆ ਸੀ। ਸਮਾਨ ਵੀ ਇੰਨਾ ਇਕੱਠਾ ਕੀਤਾ ਹੋਇਆ ਸੀ, ਰਾਜਾ ਸਹੰਸਰ ਬਾਹੂ ਦੇਖ ਕੇ ਹੈਰਾਨ ਹੋ ਗਿਆ ਵੀ ਇਹਦੇ ਕੋਲ ਇੱਕ ਛੰਨ ਸੀ, ਇੰਨਾ ਸਮਾਨ ਇਹ ਰਿਖੀ ਕਿੱਥੋਂ ਲੈ ਆਇਆ। ਜਿਹੜੀਆਂ ਕਈ ਚੀਜ਼ਾਂ ਰਾਜੇ ਸਹੰਸਰ ਬਾਹੂ ਨੇ ਪਹਿਲੀ ਵਾਰੀ ਦੇਖੀਆਂ, ਰਾਜਿਆਂ ਨੇ ਦੇਖੀਆਂ ਵੀ ਨਹੀਂ ਸੀ। ਔਰ ਉੱਥੇ ਉਹਨਾਂ ਨੂੰ ਪ੍ਰਸ਼ਾਦਾ ਲੈ ਕੇ ਜਦੋਂ ਰੱਖਣ ਆਈ ਜਮਦਗਨ ਰਿਖੀ ਦੇ ਘਰ ਵਾਲੀ, ਉਦੋਂ ਪਰਦਾ ਲੋਕ ਕਰਦੇ ਹੁੰਦੇ ਸੀ, ਮੂੰਹ 'ਤੇ ਪਰਦਾ ਲੈ ਕੇ ਮੂਹਰੇ ਥਾਲ ਰੱਖ ਜਾਂਦੀ ਹੈ। 36 ਪ੍ਰਕਾਰ ਦੇ ਭੋਜਨ ਹੈ, ਜਿਹੜੇ ਕਈਆਂ ਨੇ ਦੇਖੇ ਵੀ ਨਹੀਂ ਸੀ ਕਦੀ। 36 ਪ੍ਰਕਾਰ, 6 ਪ੍ਰਕਾਰ ਦੇ ਰਸ ਹੈ, 6 ਰਸਾਂ ਦੇ ਅੱਗੇ 6 ਰਸ ਹੋਰ ਹੈ, ਉਹ ਤਾਂ 36 ਪ੍ਰਕਾਰ ਬਣਦੇ ਆ। ਜਿੱਦਾਂ ਮਿੱਠਾ ਹੈ, ਮਿੱਠੇ 6 ਤਰ੍ਹਾਂ ਦੇ ਹੈ, ਖੱਟਾ ਹੈ, ਖੱਟੇ 6 ਤਰ੍ਹਾਂ ਦੇ ਹੈ, ਕੌੜਾ ਹੈ, ਕੌੜੇ 6 ਤਰ੍ਹਾਂ ਦੇ ਹੈ, ਲੂਣ ਹੈ, ਲੂਣੇ 6 ਤਰ੍ਹਾਂ ਦੇ ਹੈ। ਉਹਨਾਂ ਨੂੰ 36 ਪ੍ਰਕਾਰ ਦੇ ਕਹਿੰਦੇ ਆ। ਉਹ ਜਦੋਂ ਫਿਰ ਥਾਲ ਰੱਖਣ ਆਉਂਦੀ ਸੀ ਬੀਬੀ, ਤਾਂ ਉਹ ਜਦੋਂ ਮੁੜ ਕੇ ਵਾਪਸ ਥਾਲ ਰੱਖਣ ਆਉਂਦੀ ਸੀ ਤਾਂ ਉਹਦਾ ਸੂਟ ਬਦਲਿਆ ਹੁੰਦਾ ਸੀ। ਵਿਦਵਾਨ ਲੋਕ, ਬ੍ਰਾਹਮਣ ਲੋਕ, ਬੜੇ ਬੜੇ ਗਿਆਨਵਾਨ ਲੋਕ ਰਾਜਿਆਂ ਦੀ ਬਰਾਤ ਵਿੱਚ ਹੁੰਦੇ ਆ। ਉਹਨਾਂ ਨੇ ਕਿਹਾ ਇੱਥੇ ਬੀਬੀਆਂ ਤਾਂ ਇੰਨੀਆਂ ਦਿਸਦੀਆਂ ਨਹੀਂ, ਕੋਈ ਦਿਸਦੀਆਂ ਹੁੰਦੀਆਂ ਤਾਂ ਬਾਹਰ ਘੁੰਮਦੀਆਂ ਦਿਸਣੀਆਂ ਸੀ, ਪਰ ਇੱਕ ਬੀਬੀ ਇੰਨੀ ਛੇਤੀ ਸੂਟ ਵੀ ਨਹੀਂ ਬਦਲ ਸਕਦੀ। ਔਰ ਇੱਕ ਸਿਆਣੇ ਬੰਦੇ ਨੇ ਇੱਕ ਦਹੀਂ ਦਾ ਛੱਟਾ, ਖੱਟੇ ਦਾ ਛੱਟਾ ਉਹ ਬੀਬੀ ਦੇ ਪੈਰ 'ਤੇ ਦੇਤਾ। ਉਹ ਜਦ ਬੀਬੀ ਮੁੜ ਕੇ ਥਾਲ ਰੱਖਣ ਆਈ ਅਤੇ ਉਹੀ ਦੇਖਿਆ, ਉਹਨੇ ਕਿਹਾ ਬੀਬੀ ਤਾਂ ਇੱਕੋ ਹੀ ਆ, ਇੰਨੇ ਸੂਟ ਕਿੱਦਾਂ ਬਦਲ ਕੇ ਆ ਗਈ। ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ। ਇੰਨੀ ਸੇਵਾ ਸਹੰਸਰ ਬਾਹੂ ਰਾਜੇ ਦੀ ਉਹਨਾਂ ਨੇ ਕੀਤੀ ਰਿਖੀ ਨੇ। ਉਹਨੇ ਫਿਰ ਜਾਣ ਲੱਗਿਆ ਰਿਖੀ ਨੂੰ, ਇੱਕ ਰਿਖੀ ਨੇ ਰਾਜੇ ਸਹੰਸਰ ਬਾਹੂ ਨੂੰ ਇਹ ਗੱਲ ਕਹੀ, ਕਹਿਣ ਲੱਗਿਆ ਅੱਜ ਤੁਸੀਂ ਮੇਰੇ ਮਹਿਮਾਨ ਬਣ ਕੇ ਆਏ ਹੋ,
मैं थानू मेहमानबाजी दे विच तुहाडी सेवा तां कीती है, मैं थानू कुछ दे के भी ਤੋਰੂੰਗਾ, मैं कुछ ना कुछ थानू भेटा भी देनी है, तुसी जिहड़ी भी मर्जी चीज़ मंग लो मैं थानू उही दूँगा। रिखी ने गल तां कर दित्ती पर राजे ने गल फड़ ली। राजिਆਂ दिमाग उड्डे ਵੱਡੇ ਹੁੰਦੇ ਆ, तपस्या करके राज मिलता, तपस्या नाल दिमाग ਵੱਡਾ हो जाता। ਜਦੋਂ फिर राजे ने नाल ब्राह्मण लोग सन, विद्वान लोग सन, ਉਹਨਾਂ ਨੂੰ ਕਿਹਾ ਇਸ ਰਿਖੀ ਨੇ ਵੱਡੀ ਛਾਲ ਮਾਰੀ ਆ ਵੀ ਜੋ ਮੰਗ ਲਓ ਮੈਂ ਦੇ ਦੂੰਗਾ, ਤੁਸੀਂ ਉਹ ਗੱਲ ਦੱਸੋ ਜਿਹੜੀ ਚੀਜ਼ ਇਹਦੇ ਕੋਲੋਂ ਮਿਲੇ ਨਾ ਉਹ ਮੰਗੋ। ਉਹ ਅੰਦਰ ਘੁੰਮ ਕੇ ਜਦੋਂ ਬ੍ਰਾਹਮਣਾਂ ਨੇ ਦੇਖਿਆ ਘੁੰਮ ਕੇ ਤਾਂ ਉੱਥੇ ਇੱਕ ਛੰਨ ਦੇ ਵਿੱਚ ਪਸੇ ਕੀ ਘੋਸੀ ਤਾਂ ਛੰਨੇ ਹੀ, ਬਾਕੀ ਤਾਂ ਸਾਰੇ ਸ਼ਾਮਿਆਂ ਨੇ ਲਾਏ ਹੋਏ ਸੀ। ਜਦ ਉਹ ਛੰਨ ਦੇ ਵਿੱਚ ਦੇਖਿਆ ਗਊ ਬੰਨੀ ਹੋਈ ਹੈ, ਉਹ ਬ੍ਰਾਹਮਣ ਕਹਿਣ ਲੱਗਿਆ ਰਾਜਾ ਗਊ ਮੰਗ ਲਾ, ਇਹ ਗਊ ਦੀ ਕਰਾਮਾਤ ਹੈ, ਇਹ ਗਊ ਦੇਵਤਿਆਂ ਦੇ ਲੋਕ ਵਿੱਚੋਂ ਲਿਆਂਦੀ ਹੈ ਇਹਨੇ, ਇਹ ਤਾਂ ਹੀ ਜਿਹੜੇ ਪਦਾਰਥ ਤੈਂ ਕਦੀ ਦੇਖੇ ਨਹੀਂ, ਇਹਦੀ ਕਿਰਪਾ ਨਾਲ ਹੀ ਹੈ, ਤੂੰ ਕਹਿ ਮੈਨੂੰ ਗਊ ਦੇ ਦੇ। ਹੁਣ ਰਿਖੀ ਕਹਿ ਬੈਠਿਆ ਸੀ ਅਤੇ ਸਹਸਰ ਬਾਹੂ ਰਾਜਾ ਕਹਿਣ ਲੱਗਿਆ ਜੀ ਮੈਨੂੰ ਤੁਸੀਂ ਜੇ ਬਹੁਤ ਖੁਸ਼ ਹੋ, ਇੱਕ ਅੰਦਰ ਤੁਹਾਡੇ ਗਾਂ ਬੰਨੀ ਹੋ, ਮੈਨੂੰ ਗਾਂ ਦੇ ਦਿਓ। ਉਸ ਵੇਲੇ ਰਾਜੇ ਦੇ ਉਸ ਰਿਖੀ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਸੋਚਿਆ ਮੈਂ ਅਮਾਨਤ ਲੈ ਕੇ ਆਇਆ, ਇਹ ਅਮਾਨਤ ਕਿੱਦਾਂ ਦੇ ਦਈਏ। ਉਹਨੇ ਫਿਰ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਉਹਨਾਂ ਨੂੰ ਕਹਿਣ ਲੱਗਿਆ ਵੀ 1 ਮਿੰਟ ਰੁਕਿਓ, ਮੈਨੂੰ ਮੁੜ ਕੇ ਵਾਪਸ ਆ ਕੇ ਤੁਹਾਨੂੰ ਮੈਂ ਜਵਾਬ ਦਿੰਦਾ। ਅੰਦਰ ਜਾ ਕੇ ਕਾਮਧੇਨ ਗਊ ਦੇ ਸਾਹਮਣੇ ਜਾ ਕੇ ਰਿਖੀ ਨੇ ਗਲ 'ਚ ਪੱਲਾ ਪਾ ਕੇ ਕਹਿੰਦਾ ਮਾਤਾ ਮੈਂ ਤੇਰੇ ਆਸਰੇ ਮੈਂ ਵੱਡੀ ਛਾਲ ਮਾਰ ਦਿੱਤੀ, ਉਹਨਾਂ ਨੇ ਤੈਨੂੰ ਮੰਗ ਲਿਆ, ਹੁਣ ਮੈਨੂੰ ਦੱਸ ਮੈਂ ਕੀ ਕਰਾਂ। ਉਹ ਕਹਿਣ ਲੱਗੀ ਇੱਦਾਂ ਕਰ, ਤੂੰ ਮੇਰਾ ਰੱਸਾ ਲਿਜਾ ਕੇ ਉਹਨਾਂ ਦੇ ਹੱਥ 'ਚ ਨਾ ਫੜਾਈ, ਤੂੰ ਮੇਰਾ ਰੱਸਾ ਲਿਜਾ ਕੇ ਮੋਹਰੇ ਸਿੱਟ ਨਹੀਂ, ਮੈਂ ਜਾਣਾ ਮੇਰਾ ਕੰਮ ਜਾਣੇ। ਉਹ ਰਿਖੀ ਅੰਦਰੋਂ ਗਊ ਲਿਆਇਆ, ਗਊ ਲਿਆ ਕੇ ਆ ਕੇ ਰਾਜੇ ਦੀ ਬਰਾਤ ਖੜੀ ਸੀ, ਗਊ ਮਗਰ ਮਗਰ ਆ ਗਈ ਰਿਖੀ ਦੇ। ਭਰੀ ਸਭਾ ਦੇ ਅੰਦਰ ਰਿਖੀ ਨੇ ਰੱਸਾ ਥੱਲੇ ਸਿੱਟ ਦਿੱਤਾ, ਕਹਿੰਦਾ ਲਓ ਜੀ। ਉਹ ਗਾਂ ਆਕਾਸ਼ ਨੂੰ ਉੜ ਗਈ, ਕਿਉਂਕਿ ਆਕਾਸ਼ ਤੋਂ ਉੱਪਰ ਦੇਵਲੋਕ 'ਚੋਂ ਆਈ ਸੀ, ਦੇਵਲੋਕ ਨੂੰ ਉੜ ਗਈ। ਬ੍ਰਾਹਮਣ ਨੇ ਕਿਹਾ ਰਾਜਾ ਤੀਰ ਮਾਰ ਦੇ ਥੱਲੇ ਸਿੱਟ ਇਹਨੂੰ। ਤੀਰ ਮਾਰਿਆ ਤੇ ਕੰਨ 'ਚੋਂ ਲੱਗਿਆ, ਕੰਨ ਤੋਂ ਇੱਕ ਬੂਟੀ ਪੈਦਾ ਹੋਈ ਜਿਹਨੂੰ ਅੱਜ ਤਮਾਕੂ ਕਹਿੰਦੇ ਆ। ਤਮਾਕੂ ਦੇ ਪੱਤੇ ਜਿਹੜੇ ਗਊ ਦੇ ਕੰਨ ਵਰਗੇ ਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੌ ਸਾਖੀ ਵਿੱਚ ਤਾਂ ਕਈ ਚੀਜ਼ਾਂ ਲਿਖੀਆਂ, ਉਹਦੇ ਪੈਰਾਂ ਵਿੱਚ ਵੀ ਲੱਗੇ ਤੀਰ। ਤੇ ਰਹੋ ਵਿਚਾਰ ਗਊ ਉੜ ਗਈ। ਤਾਂ ਫਿਰ ਉਹ ਨਾਲ ਦੇ ਬਰਾਤੀ ਕਹਿਣ ਲੱਗੇ ਰਾਜਾ ਅੱਗੇ ਵੀ ਤਾਂ ਲੈ ਕੇ ਆਇਆ ਸੀ, ਸਾਡੇ ਇਹਨਾਂ ਨੇ ਬਚਨ ਕੀਤਾ ਸੀ, ਇਹਦੇ 2 ਮਾਰੋ, ਇਹਨੇ ਮੁੜ ਕੇ ਫੇਰ ਲੈ ਆਊਗਾ ਇਹ। ਉਹਨਾਂ ਜਾਂ ਰਿਖੀ ਨੂੰ ਕੁੱਟਣਾ ਸ਼ੁਰੂ ਕੀਤਾ, ਰਿਖੀ ਦੀ ਕੁੱਟ ਜ਼ਿਆਦਾ ਹੋ ਗਿਆ, ਰਿਖੀ ਦੀ ਮੌਤ ਹੋ ਗਈ। ਮੌਤ ਹੋ ਗਈ। ਉਹਦੇ ਘਰ ਵਾਲੀ ਨੇ ਫਿਰ ਆਪਣੇ ਪਤੀ ਦੇ ਉੱਤੇ ਖੜ ਕੇ ਫਿਰ ਉਹਨੂੰ ਉੱਚੀ ਦਾਣੀ ਜਦੋਂ ਬੋਲੀ, ਉੱਚੀ ਦਾਣੀ ਰੋਈ, ਤਾਂ ਉਹਦਾ ਪੁੱਤਰ ਨੇ ਸੁਣ ਲਈ ਆਵਾਜ਼। ਫਿਰ ਉੱਥੋਂ ਆਵਾਜ਼ ਅੱਗੇ ਸਾਊਂਡ ਇੰਨਾ ਨਾ ਸੀ, ਰੌਲਾ ਰਸ਼ ਇੰਨਾ ਨਾ ਸੀ, ਸਾਊਂਡ ਘੱਟ ਸੀ, ਰੌਲਾ ਰੱਪਾ ਗੱਡੀਆਂ ਦੇ ਘੱਟ ਸੀ, ਦੂਰ ਆਵਾਜ਼ ਸੁਣ ਜਾਂਦੀ ਸੀ। ਉੱਥੋਂ ਪਰਸ਼ੂਰਾਮ ਦਾ ਪੁੱਤਰ ਉੱਠਿਆ, ਖੁਆੜਾ ਚੱਕ ਕੇ ਲਿਆ ਕੇ ਸਹਸਰ ਬਾਹੂ ਨੂੰ ਮਾਰਿਆ। 21 ਵਾਰ ਧਰਤੀ 'ਤੇ ਖੱਤਰੀਆਂ ਦਾ ਨਾਸ਼ ਕੀਤਾ ਉਹਨੇ, ਜਿਹਦਾ ਖੁਆੜਾ ਤ੍ਰੇਤੇ ਯੁੱਗ ਵਿੱਚ ਸ਼੍ਰੀ ਰਾਮ ਜੀ ਮਹਾਰਾਜ ਨੇ ਉਸ ਪਰਸ਼ੂਰਾਮ ਦਾ ਖੁਆੜਾ ਖੋਇਆ। ਇਹ ਜ਼ਿਕਰ ਮੈਂ ਤਾਂ ਕੀਤਾ ਹੈ, ਗੁਰੂ ਗ੍ਰੰਥ ਸਾਹਿਬ 'ਚ ਹੁਕਮਨਾਮੇ ਵਿੱਚ ਇਹ ਗੱਲ ਹੈ, ਤਾਂ ਕਰਕੇ ਮੈਨੂੰ ਦੱਸਣੀ ਪਈ ਹੈ। ਤਾਂ ਸਤਿਗੁਰੂ ਜੀ ਕਹਿੰਦੇ ਜੇ ਕਾਮ ਤਿੰਨ ਗਊ ਇੱਛਾ ਪੂਰੀਆਂ ਕਰਦੀ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ। ਕਹਿੰਦੇ ਪਰਮੇਸ਼ਰ ਨਿਰੰਕਾਰ ਸਾਰੀਆਂ ਇੱਛਾ ਪੂਰੀਆਂ ਕਰਦੀਆਂ। ਮਤ ਭੁਲੇਖਾ ਕਿਸੇ ਨੂੰ ਰਹਿ ਜਾਵੇ, ਕਾਮ ਤਿੰਨ ਗਊ ਵੀ ਤਾਂ ਉਹਦੇ ਵੱਸ ਵਿੱਚ ਹੈ। ਕਾਮ ਤਿੰਨ ਗਊ ਕਲਪ ਬ੍ਰਿਸ਼ ਉਹਦੇ ਹੁਕਮ ਵਿੱਚ ਹੈ, ਸਾਰੇ ਤਾਂ ਉਹਦੇ ਹੁਕਮ ਵਿੱਚ ਹੈ। ਸਾਰੀ ਸ੍ਰਿਸ਼ਟੀ ਅੱਗ ਪਾਣੀ ਹਵਾ ਜਿੰਨੇ ਵੀ ਆ ਪੈ ਵਿੱਚ ਪਵਨ ਬਹਿ ਸਦਬਾਉ, ਹਵਾ ਚੱਲਦੀ ਉਹਦੇ ਹੁਕਮ ਵਿੱਚ ਹੈ। ਪੈ ਵਿੱਚ ਚੱਲੇ ਲੱਖ ਦਰਿਆਓ, ਦਰਿਆ ਉਹਦੇ ਪੈ ਵਿੱਚ ਚੱਲਦੇ ਆ। ਪੈ ਵਿੱਚ ਅਗਨ ਕੱਢੇ ਬੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੇ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦਵਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨ ਅੰਤ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣੇ ਆਕਾਸ਼, ਪੈ ਵਿੱਚ ਜੋਧ ਮਹਾਬਲ ਸੂਰ, ਪੈ ਵਿੱਚ ਆਵੈ ਜਾਵੈ ਪੂਰ, ਸਗਲਿਆ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਨਿਰੰਕਾਰ ਇੱਕੋ ਹੀ ਹੈ, ਉਹਨੂੰ ਵੱਖਰੇ ਵੱਖਰੇ ਰੂਪਾਂ 'ਚ ਦੁਨੀਆ ਯਾਦ ਕਰਦੀ ਹੈ।
ਉਹ ਕੋਈ ਨਿਰੰਕਾਰ ਮੁਸਲਮਾਨਾਂ ਦਾ ਹੋਰ ਨਹੀਂ, ਸਿੱਖਾਂ ਦਾ ਹੋਰ ਨਹੀਂ, ਹਿੰਦੂਆਂ ਦਾ ਹੋਰ ਨਹੀਂ ਹੈ। ਨਿਰੰਕਾਰ ਇੱਕੋ ਹੀ ਹੈ। ਇੱਕ ਬਜ਼ੁਰਗ ਨੂੰ ਕੋਈ ਨਾਨਾ ਕਹਿੰਦਾ, ਕੋਈ ਮਾਮਾ, ਕੋਈ ਤਾਇਆ, ਕੋਈ ਬਾਬਾ, ਕੋਈ ਫੁੱਫੜ ਸਾਦਾ, ਕੋਈ ਕੁਛ ਸਾਦਾ, ਉਹਨੂੰ ਵੱਖਰੇ ਵੱਖਰੇ ਗੱਲਾਂ ਨਾਲ ਆਵਾਜ਼ਾਂ ਮਾਰਦੇ ਉਹ ਜਵਾਬ ਦੇ ਹੀ ਜਾਂਦਾ। ਇੱਥੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਨਿਰੰਕਾਰ ਜੀ ਦੀ ਸਿਫਤ ਕੀਤੀ ਹੈ, ਉਸ ਕਰਨਹਾਰ ਪਰਮੇਸ਼ਰ ਦੀ ਸਿਫਤ ਕੀਤੀ ਹੈ। ਕਹਿੰਦੇ ਵੀ ਕਾਮ ਤਿੰਨ ਗਊ ਠੀਕ ਹੈ, ਦਾਤਾਂ ਪੂਰੀਆਂ ਇੱਛਾ ਕਰ ਦਿੰਦੀ ਹੈ, ਪਰ ਇਹ ਵੀ ਤਾਂ ਉਹਦੇ ਵੱਸ ਵਿੱਚ ਹੈ। ਤੁਹਾਨੂੰ ਕਾਮ ਤਿੰਨ ਗਊ ਇਕੱਲੀ ਥੋੜ੍ਹੋ ਮਿਲੂਗੀ। ਫਿਰ ਜੋ ਤੁਸੀਂ ਮਰਜ਼ੀ ਲੈ ਸਕਦੇ ਹੋ। ਨਿਰੰਕਾਰ ਨੂੰ ਮਿਲੋ, ਉਸ ਪਰਮੇਸ਼ਰ ਨੂੰ ਮਿਲੋ, ਉਹਨੂੰ ਯਾਦ ਕਰਿਆ ਕਰੋ। ਜਿਹਨੂੰ ਤੁਸੀਂ ਰੋਜ਼ ਮਿਲਦੇ ਹੋ, ਰੋਜ਼ ਫਤਿਹ ਬੁਲਾਉਂਦੇ ਹੋ। ਇੱਕ ਬੰਦਾ ਰੋਜ਼ ਕਿਸੇ ਨੂੰ ਸਤਿ ਸ੍ਰੀ ਅਕਾਲ ਬੁਲਾਉਂਦਾ, ਉਹਨੂੰ ਜਾਣਦਾ ਹੀ ਹੁੰਦਾ ਕੌਣ ਹੈ ਇਹ। ਇਸੇ ਤਰ੍ਹਾਂ ਜਦੋਂ ਤੁਸੀਂ ਰੋਜ਼ ਰੱਬ ਨੂੰ ਚੇਤੇ ਕਰਦੇ ਆ ਬਿਨਾਂ ਨਿਆਗਾ, ਬਿਨਾਂ ਨਿਤਨੇਮ, ਉਹ ਤੁਹਾਨੂੰ ਜਾਣਦਾ ਹੀ ਹੈ ਕੌਣ ਹੈ। ਉਹ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਹਰੀ ਨਿਰੰਕਾਰ ਪਰਮੇਸ਼ਰ। ਸਾਰੀਆਂ ਇੱਛਾ ਦੁਨੀਆ ਵਿੱਚ ਕੋਈ ਐਸੀ ਇੱਛਾ ਨਹੀਂ ਜਿਹੜੀ ਪੂਰੀ ਨਾ ਹੋਵੇ। ਚਾਰ ਸੁੱਖ ਨੇ ਜਿਹੜੇ ਹਰੇਕ ਮਨੁੱਖ ਚਾਹੁੰਦਾ। ਚਾਰ ਸੁੱਖ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਹੈ। ਸਭ ਤੋਂ ਪਹਿਲਾਂ ਤਾਂ ਹੈ ਧਰਮ, ਵੱਡਾ ਸਾਰਿਆਂ ਤੋਂ ਧਰਮ ਹੈ। ਧਰਮ ਸਾਰਿਆਂ ਨੂੰ ਪ੍ਰਾਪਤ ਨਹੀਂ ਹੈ। ਕਈ ਸਾਗਤ ਪੁਰਸ਼ ਵੀ ਹੈ, ਕਈ ਤਾਂ ਕਹਿੰਦੇ ਰੱਬ ਹੈ ਹੀ ਨਹੀਂ। ਬੰਦੇ ਤੋਂ ਬੰਦਾ ਪੈਦਾ ਹੋ ਗਿਆ, ਪਸ਼ੂ ਤੋਂ ਪਸ਼ੂ ਪੈਦਾ ਹੋ ਗਿਆ, ਪੰਛੀ ਤੋਂ ਪੰਛੀ ਪੈਦਾ ਹੋ ਗਿਆ, ਮਰ ਗਿਆ ਤੇ ਚਲੇ ਗਿਆ। ਉਹਨਾਂ ਨੂੰ ਕੋਈ ਗਿਆਨ ਹੈ ਹੀ ਨਹੀਂ, ਉਹ ਤਾਂ ਸਾਗਤ ਪੁਰਸ਼ ਹੈ। ਇਹ ਧਰਮ ਜਿਹੜਾ ਹੈ, ਧਰਮ ਹੁੰਦਾ ਹੈ ਸੱਚ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਅਦਾਲਤ ਵਿੱਚ ਜਦੋਂ ਕਿਸੇ ਨੂੰ ਗੱਲ ਮਨਾਉਣੀ ਹੋਵੇ, ਕਹਿੰਦੇ ਧਰਮ ਨਾਲ ਕਹਿ, ਮੈਂ ਸੱਚ ਕਹਿਣਾ, ਉਹਦਾ ਧਰਮ ਹੈ। ਧਰਮ ਕਿਸੇ ਦਾ ਵੀ ਕੋਈ ਮਾੜਾ ਨਹੀਂ ਹੈ। ਇਹ ਪਹਿਲੀ ਗੱਲ ਤਾਂ ਸਾਰਿਆਂ ਨੂੰ ਧਰਮ ਨਹੀਂ ਮਿਲਦਾ, ਪਰ ਜਿਨ੍ਹਾਂ ਨੂੰ ਮਿਲ ਗਿਆ ਉਹਨਾਂ ਦੇ ਵੱਡੇ ਭਾਗ ਹੈ। ਧਰਮ ਹੁੰਦਾ ਜਿਹੜੇ ਸੱਚ ਬੋਲਣ ਲੱਗ ਗਏ, ਝੂਠ ਬੋਲਣਾ ਛੱਡ ਗਏ। ਇੱਕ ਸਾਰੀ ਜ਼ਿੰਦਗੀ ਗੁਟਕਾ ਫੜ ਕੇ ਬੈਠੇ ਰਹਿੰਦੇ ਤੇ ਝੂਠੇ ਬੋਲੀ ਜਾਂਦੇ, ਦਿਨ ਰਾਤ ਝੂਠ ਬੋਲੀ ਜਾਂਦੇ, ਉਹਨਾਂ ਨੂੰ ਕੁਛ ਨਹੀਂ ਮਿਲਣਾ। ਧਰਮ ਕਹਿੰਦੇ ਹੀ ਸੱਚ ਨੂੰ ਹੈ। ਜਿਹੜਾ ਸੱਚ ਨਾਲ ਜੁੜ ਗਿਆ, ਭਾਵੇਂ ਗੁਟਕਾ ਨਾ ਵੀ ਫੜਿਓ, ਉਹ ਤਾਂ ਵੀ ਦੂਜਿਆਂ ਨਾਲੋਂ ਮੋਹਰੇ ਲੰਘ ਜਾਂਦਾ। ਉਹ ਭਾਵੇਂ ਗੁਰਦੁਆਰੇ ਨਾ ਵੀ ਜਾਵੇ, ਸੱਚ ਦੇ ਨਾਲ ਜੁੜਿਆ ਹੋਵੇ, ਉਹ ਤਾਂ ਮੋਹਰੇ ਲੰਘ ਜਾਂਦਾ। ਇੱਕ ਹੈ ਧਰਮ। ਦੂਜੇ ਨੰਬਰ 'ਤੇ ਹੈ ਅਰਥ। ਅਰਥ ਕਹਿੰਦੇ ਨੇ ਧਨ ਨੂੰ। ਇੱਕ ਧਰਮ, ਦੂਜਾ ਧਨ। ਹਰੇਕ ਬੰਦੇ ਦੀ ਇੱਛਾ ਮੇਰੇ ਕੋਲ ਜ਼ਿਆਦਾ ਪੈਸੇ ਹੋਣ, ਮੈਂ ਸੁਖੀ ਹੋ ਜਾਣਾ। ਰਾਜਿਆਂ ਨੂੰ ਪੁੱਛੋ ਤਾਂ ਬਈ ਸੁਖੀ ਹੈ? ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਪੈਸੇ ਵਾਲੇ ਸੁਖੀ ਨਹੀਂ ਹੈ। ਇਹ ਜਿਹੜੀ ਗੁਰੂ ਨੇ ਗੱਲ ਕਹੀ ਉਹ ਤਾਂ ਝੂਠੀ ਨਹੀਂ ਹੈ। ਜਿਨ੍ਹਾਂ ਕੋਲ ਜ਼ਿਆਦਾ ਹੈ ਉਹਨਾਂ ਨੂੰ ਲੁਕਾਉਣ ਦੀ ਸੰਸਾ ਪਿਆ ਹੈ, ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਨੂੰ ਇਕੱਠੇ ਕਰਨ ਦਾ ਸੰਸਾ ਪਿਆ ਹੈ। ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਤਿਸ ਸੋ ਫੇਰੇ ਪਰਮੰਤਾ। ਦੋਹਾਂ ਵਿਵਸਥਾ ਤੇ ਜੋ ਮੁਕਤਾ ਸੋਈ ਸਹੇਲਾ ਪਾਲੀਏ। ਨਾ ਤਾਂ ਸੁਖੀ ਬਹੁਤੀ ਵਾਲਾ, ਨਾ ਥੋੜ੍ਹੀ ਵਾਲਾ, ਦੋਏ ਦੁਖੀ ਹੈ। ਇਹਨੂੰ ਕਹਿੰਦੇ ਅਰਥ। ਅਰਥ ਹੁੰਦਾ ਪੈਸਾ। ਮਨੁੱਖ ਦੀ ਇੱਛਾ ਪੈਸੇ ਜ਼ਿਆਦਾ ਹੋ ਜਾਣ, ਮੈਂ ਸੁਖੀ ਹੋ ਜਾਣਾ। ਮਿਸਾਲ ਦੇ ਤੌਰ 'ਤੇ ਡਾਕਟਰ ਨੇ 20 ਚੀਜ਼ਾਂ ਬੰਦ ਕੀਤੀਆਂ, ਖਾ ਸਕਦਾ ਨਹੀਂ ਉਹ। ਪਦਾਰਥਾਂ ਦੀਆਂ ਢੇਰੀਆਂ ਲੱਗੀਆਂ, ਕੀ ਕਰੂਗਾ ਉਹ? ਧਨ ਦੇ ਨਾਲ ਸੁਖੀ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ, ਸੁਖ ਨਾਹੀਂ ਬਹੁਤੇ ਧਨ ਖਾਟੇ, ਸੁਖ ਨਾਹੀਂ ਪੇਖੈ ਨਿਰਤ ਨਾਟੇ, ਸੁਖ ਨਾਹੀਂ ਬਹੁ ਦੇਸ਼ ਕਮਾਏ। ਕਈਆਂ ਨੂੰ ਭੁਲੇਖਾ ਬਾਹਰ ਜਾ ਕੇ ਸੁੱਖ ਹੈ। ਸਰਬ ਸੁੱਖਾਂ ਹਰ ਹਰ ਗੁਣ ਗਾਏ। ਪਰਮੇਸ਼ਰ ਦੇ ਗੁਣਾਂ ਨੂੰ ਗਾਵੇ, ਸਾਰੇ ਸੁੱਖ ਪ੍ਰਾਪਤ ਹੋ ਜਾਂਦੇ। ਇਹ ਚਾਰ ਚੀਜ਼ਾਂ ਹੈ। ਚਾਰ ਚੀਜ਼ਾਂ ਹਰੇਕ ਮਨੁੱਖ ਨੂੰ ਚਾਹੀਦੀਆਂ। ਧਰਮ, ਅਰਥ, ਕਾਮ ਅਤੇ ਮੋਕਸ਼। ਮੋਕਸ਼ ਹੁੰਦਾ ਦੁਨੀਆ ਦੇ ਵਿੱਚ ਹੀ ਨਾ ਰਹਿ ਜਾਵੇ। ਕਈ ਬੰਦੇ ਮਰ ਕੇ ਇੱਥੇ ਹੀ ਤੁਰੇ ਫਿਰਦੇ, ਕੋਈ ਕਿਸੇ 'ਚ ਵੜਿਆ ਫਿਰਦਾ, ਕੋਈ ਕਿਸੇ 'ਚ ਵੜਿਆ ਫਿਰਦਾ। ਉਹਨਾਂ ਨੂੰ ਕਦੀ ਕੋਈ ਚੇਲਾ ਕੁੱਟਦਾ, ਕਦੀ ਕੋਈ ਚੇਲਾ ਕੁੱਟਦਾ, ਕਦੀ ਕੋਈ ਥੱਪੜ ਮਾਰਦਾ, ਉਹ ਕਦੀ ਕਿਸੇ 'ਚ ਵੜਦੇ, ਕਦੀ ਕਿਸੇ 'ਚ ਵੜਦੇ। ਇੱਕ ਚੌਥੀ ਚੀਜ਼ ਹੈ ਮੁਕਤ। ਇਹ ਚਾਰ ਚੀਜ਼ਾਂ ਹਰੇਕ ਮਨੁੱਖ ਚਾਹੁੰਦਾ ਹੈ। ਧਰਮ, ਅਰਥ ਅਤੇ ਕਾਮ। ਅਤੇ ਕਾਮ ਹੁੰਦੀ ਕੋਈ ਕਾਮਨਾ ਅਧੂਰੀ ਨਾ ਰਹਿ ਜਾਵੇ, ਕੋਈ ਵਾਸ਼ਨਾ ਮਨ ਦੇ ਅੰਦਰ, ਕੋਈ ਭਾਵਨਾ ਅਧੂਰੀ ਨਾ ਰਹਿ ਜਾਵੇ, ਮੇਰੀ ਆ ਰਹਿ ਗਈ ਆ, ਉਹਨੂੰ ਕਹਿੰਦੇ ਕਾਮਨਾ। ਕੋਈ ਇੱਛਾ ਪੂਰੀ ਹੋਣ ਤੋਂ ਰਵੇ ਨਾ। ਧਰਮ, ਅਰਥ ਅਤੇ ਕਾਮ ਅਤੇ ਮੋਕਸ਼। ਮੋਕਸ਼ ਹੁੰਦਾ ਵੀ ਵਿੱਚੋਂ, ਸੰਸਾਰ ਦੇ ਵਿੱਚੋਂ ਇੱਦਾਂ ਹੀ ਚਲੇ ਜਾਣਾ, ਇੱਦਾਂ ਹੀ ਚੱਲ ਜਾਣਾ, ਮਰਜ਼ੀ ਨਾਲ ਮੁੜ ਕੇ ਆ ਜਾਣਾ, ਮਰਜ਼ੀ ਨਾਲ ਫਿਰ ਚਲੇ ਜਾਣਾ। ਮੌਜ ਹੈ, ਜਿੱਦਾਂ ਵੀਜ਼ਾ ਲੱਗ ਜਾਂਦਾ ਅਮਰੀਕਾ ਕੈਨੇਡਾ ਦਾ, ਉਹ ਚੱਲ ਵੀ ਜਾਂਦੇ, ਆ ਵੀ ਜਾਂਦੇ। ਜਿਨ੍ਹਾਂ ਦਾ ਨਹੀਂ ਲੱਗਾ ਜਾ ਥੋੜ੍ਹੋ ਸਕਦੇ ਆ। ਇੱਦਾਂ ਹੀ ਪਰਲੋਕ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ। ਨਿਰੰਕਾਰ ਦੇ ਦੇਸ਼ ਦਾ ਵੀਜ਼ਾ ਜਿਨ੍ਹਾਂ ਦਾ ਲੱਗ ਜਾਂਦਾ, ਉਹ ਮਰਜ਼ੀ ਨਾਲ ਚੱਲ ਜਾਂਦੇ, ਮਰਜ਼ੀ ਨਾਲ ਆ ਜਾਂਦੇ। ਮੁਕਤ ਜਿਹੜੇ ਪੁਰਸ਼ ਹੈ, ਉਹਨਾਂ ਦੇ ਲੱਛਣ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਆ। ਜਿਹੜੇ ਮੁਕਤ ਹੈ ਉਹਨਾਂ ਵਿੱਚ ਇਹ ਗੁਣ ਹੈ। ਬਹੁਤਾ ਸਮਾਂ ਨਹੀਂ, ਲੰਮਾ ਨਹੀਂ ਲਾਉਣਾ। ਜੇ ਇਹਨੂੰ ਮੈਂ ਵਿਆਖਿਆ ਕਰਾਂ ਤਾਂ ਬੜਾ ਲੰਮਾ ਟਾਈਮ ਲੱਗ ਜਾਊਗਾ। ਧਰਮ, ਅਰਥ ਅਤੇ ਕਾਮ ਅਤੇ ਮੋਕਸ਼, ਇਹ ਚਾਰੇ ਚੀਜ਼ਾਂ ਹਰੇਕ ਮਨੁੱਖ ਚਾਹੁੰਦਾ ਹੈ।
ਤਾਂ ਸਤਿਗੁਰੂ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਬਸ ਹੈ ਕਾਮ ਤਿੰਨ। ਉਹਦੇ ਬਸ ਵਿੱਚ ਕਾਮ ਤਿੰਨ ਗਊ ਵੀ ਹੈ। ਸੋ ਐਸਾ ਹਰ ਧਿਆਈਏ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਉਸ ਐਸੇ ਨਿਰੰਕਾਰ ਨੂੰ, ਜੀਵ ਆਤਮਾ ਨੂੰ ਸੰਬੋਧਨ ਕਰਕੇ ਚੌਥੇ ਪਾਤਸ਼ਾਹ ਆਪਣੇ ਮਨ ਨੂੰ, ਆਪਣੀ ਜੀਵ ਆਤਮਾ ਨੂੰ, ਕਿਉਂਕਿ ਗਿਆਨ ਮੋਹਰੇ ਲੈਂਦਾ ਤਾਂ ਕੋਈ ਹੈ ਨਹੀਂ, ਸਾਰੀ ਬਾਣੀ ਮਨ ਨੂੰ ਸੰਬੋਧਨ ਕੀਤੀ ਆ। ਬੰਦੇ ਨੂੰ ਥੋੜ੍ਹੋ ਕਿਹਾ ਕਹੋ ਨਾਨਕ ਸੁਣ ਰੇ ਮਨਾ, ਕਹੋ ਨਾਨਕ ਭਜ ਹਰ ਮਨਾ। ਮਨ ਨੂੰ ਹੀ ਸੰਬੋਧਨ ਕੀਤੀ ਸਾਰੀ ਬਾਣੀ। ਜੇ ਬੰਦੇ ਨੂੰ ਕਹੋ ਤਾਂ ਮੰਨਦਾ ਹੀ ਨਹੀਂ ਹੈ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਐਸੇ ਪਰਮੇਸ਼ਰ ਨੂੰ ਕਹਿੰਦੇ ਧਿਆਉਣਾ ਕਰ ਜੀਵ ਆਤਮਾ। ਸੋ ਐਸਾ ਹਰ ਧਿਆਈਏ ਮੇਰੇ ਸਰ, ਤਾਂ ਸਰਬ ਸੁਖ ਪਾਵੇ ਮੇਰੇ ਮਨ। ਇਹ ਮਨ ਤੋਂ ਸੁਖੀ ਹੋ ਜਾਊਗਾ। ਕਈ ਬੰਦਿਆਂ ਕੋਲ ਧਨ ਵੀ ਨਹੀਂ ਆ, ਉਹ ਫਿਰ ਵੀ ਸੁਖੀ ਆ। ਕਈਆਂ ਕੋਲ ਧਨ ਹੈ, ਦੁਖੀ ਹੈ। ਕਈਆਂ ਕੋਲ ਔਲਾਦ ਹੈ ਨਹੀਂ, ਉਹ ਸੁਖੀ ਹੈ। ਕਈਆਂ ਕੋਲ ਔਲਾਦ ਹੈ ਬਹੁਤ, 4-4 5-5 ਪੁੱਤ ਹੈ, ਉਹ ਫਿਰ ਦੁਖੀ ਹੈ। ਸੁੱਖ ਹੋਣਾ ਹੋਰ ਚੀਜ਼ ਹੈ। ਪਦਾਰਥ ਇਕੱਠੇ ਹੋ ਜਾਣੇ, ਆਗਿਆਕਾਰੀ ਦਾ ਔਲਾਦ ਮਿਲ ਜਾਣੀ ਜਾਂ ਹੋਰ ਚੀਜ਼ਾਂ, ਇਹ ਤਾਂ ਬਹੁਤਿਆਂ ਕੋਲ ਹੈ। ਮਨ ਸੁਖੀ ਹੋਣਾ, ਮਨ ਸ਼ਾਂਤ ਹੋ ਜਾਣਾ, ਮਨ ਖੁਸ਼ ਹੋ ਜਾਣਾ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਕਹਿੰਦੇ ਜੇ ਤੂੰ ਇਹ ਚੀਜ਼ ਚਾਹੁੰਦਾ ਵੀ ਮੇਰਾ ਮਨ ਸੁਖੀ ਰਹੇ, ਹਰ ਵੇਲੇ ਮੈਂ ਆਨੰਦ ਵਿੱਚ ਰਹਾਂ, ਉਹ ਜੇ ਤੂੰ ਚਾਹੁੰਦਾ ਤਾਂ ਇਹ ਕੰਮ ਕਰ। ਠੀਕ ਹੈ, ਕਾਮ ਤਿੰਨ ਗਊ, ਤੇਰੀ ਇੱਛਾ ਕੋਈ ਨਾ ਕੋਈ ਪੂਰੀ, ਫਿਰ ਦੂਜੀ ਰਹਿ ਜੂਗੀ, ਫਿਰ ਦੂਜੀ ਪੂਰੀ ਹੋ ਕੇ ਫਿਰ ਤੀਜੀ। ਮਨੁੱਖ ਦੀਆਂ ਇੱਛਾ ਤਾਂ ਖਤਮ ਹੁੰਦੀਆਂ ਹੀ ਨਹੀਂ। ਕਈ ਇਹਦੀ ਸਾਰੀ ਜ਼ਿੰਦਗੀ 'ਚ ਕੋਈ ਨਾ ਕੋਈ ਗੱਲ ਖੜੀ ਰਹਿੰਦੀ ਆ। ਉੱਥੇ ਸਾਡੇ ਸਥਾਨ 'ਤੇ ਕਈ ਵਾਰੀ ਕਈ ਆਉਂਦੇ ਆ, ਮੇਰੀ ਕੁੜੀ ਬਾਹਰ ਚਲ ਜਾਵੇ, ਮੇਰਾ ਮੁੰਡਾ ਬਾਹਰ ਚਲ ਜਾਵੇ। ਇਹ ਬਾਹਰ ਚਲ ਗਿਆ ਜੀ, ਹੁਣ PR ਨਹੀਂ ਮਿਲਦੀ ਜੀ, ਹੁਣ ਵਰਕ ਪਰਮਿਟ ਨਹੀਂ ਮਿਲਦਾ ਜੀ, ਹੁਣ ਉੱਥੇ ਮੁੰਡਾ ਨਹੀਂ ਲੱਭਦਾ, ਮੁੰਡੇ ਨੂੰ ਕੁੜੀ ਨਹੀਂ ਲੱਭਦੀ। ਉਹ ਮੁੜ ਕੇ ਇੱਛਾ ਖਤਮ ਹੁੰਦੀਆਂ ਹੀ ਨਹੀਂ। ਤਾਂ ਮਨ ਨੂੰ ਸੁਖੀ ਕਰਨ ਵਾਸਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਆ, ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਫਿਰ ਅੱਗੇ ਉਹਨਾਂ ਨੇ ਕਿਹਾ ਜਪ ਮਨ ਸਤਨਾਮ। ਸਤਨਾਮ ਹੁੰਦਾ ਸੱਚਾ ਨਾਮ। ਉਹ ਕੋਈ ਵੀ ਆ ਨਾਮ ਪਰਮੇਸ਼ਰ ਦਾ, ਸੱਚਾ ਨਾਮ ਜਿਹੜਾ ਉਹਦਾ ਪੱਕਾ ਨਾਮ ਹੀ ਆ, ਸੱਚਾ ਹੈ। ਜਦੋਂ ਕੋਈ ਆਮ ਆਪਾਂ ਸਤਨਾਮ ਵਾਹਿਗੁਰੂ ਕਹਿੰਦੇ ਹਾਂ ਜਾਂ ਸਤਿ ਸ੍ਰੀ ਅਕਾਲ ਕਹਿੰਦੇ ਹਾਂ, ਸਤ ਸੱਚ ਨੂੰ ਕਹਿੰਦੇ ਆ। ਜਪ ਮਨ ਸਤਨਾਮ, ਕਹਿੰਦੇ ਸੱਚੇ ਨਾਮ ਨੂੰ ਜਪਣਾ ਕਰ। ਝੂਠੇ ਨਾਮ ਹੈ, ਕਈ ਬੰਦੇ ਹਰਨਾਕਸ਼ ਵਰਗੇ ਆਪਣਾ ਨਾਮ ਜਪਾਉਣ ਲੱਗ ਗਏ ਸੀ। ਹੋਰ ਕਈ ਰਾਜੇ ਆਪਣਾ ਨਾਮ ਜਪਾਉਣ ਲੱਗ ਗਏ, ਮੈਨੂੰ ਜਪੋ ਭਾਈ। ਨਹੀਂ, ਜਪ ਮਨ ਸਤਨਾਮ, ਸਦਾ ਸਤਨਾਮ, ਉਹਨੂੰ ਜਪਣਾ ਕਰੋ ਸਦਾ ਹੀ, ਸੱਚੇ ਨਾਮ ਨੂੰ। ਚੌਥੇ ਪਾਤਸ਼ਾਹ ਗੁਰੂ ਨਾਮ ਮਹਾਰਾਜ ਰਾਮਦਾਸ ਜੀ ਮਹਾਰਾਜ ਪਵਿੱਤਰ ਰਸਨਾ ਦੁਆਰਾ ਬਚਨ ਕਰਦੇ ਹੈ, ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ। ਹਲਤ ਕਹਿੰਦੇ ਆ ਇੱਥੇ, ਪਲਤ ਹੈ ਅੱਗੇ, ਲੋਕ ਪਰਲੋਕ। ਇੱਕ ਇੱਥੇ ਇੱਕ ਅੱਗੇ ਵੀ ਲੋਕ ਹੈ। ਮੱਤ ਭੁਲੇਖਾ ਕਿਸੇ ਨੂੰ ਰਹਿ ਜਾਵੇ ਮੋਹਰੇ ਕੋਈ ਨਹੀਂ ਹੈ। ਕਈ ਬਹੁਤੇ ਪੜ੍ਹ ਜਾਂਦੇ, ਉਹ ਕਹਿੰਦੇ ਮੋਹਰੇ ਕੁਛ ਨਹੀਂ ਹੈ, ਅੱਗੇ ਮਨੁੱਖ ਕਿਤੇ ਨਹੀਂ ਜਾਂਦਾ। ਬਾਣੀ ਪੜ੍ਹ ਕੇ ਦੇਖਿਓ ਕਿੱਥੇ ਜਾਂਦਾ, ਕੀ ਕਰਦਾ। ਕਈ ਲੋਕਾਂ ਦਾ ਇੱਥੇ ਸਤਿਕਾਰ ਬਹੁਤ ਹੈ, ਅੱਗੇ ਜਾ ਕੇ ਉਹ ਕਈ ਦੂਜੀਆਂ ਜੂਨਾਂ 'ਚ ਪਏ ਹੋਏ ਆ, ਕੋਈ ਮਾੜੀਆਂ ਜੂਨਾਂ 'ਚ ਪਏ ਹੋਏ ਆ, ਜਾਂ ਗਲਤ ਕਰਮ ਕਰਕੇ ਜਾਣਾ, ਮਾੜੀ ਜੂਨ ਲੋਕਾਂ ਦੀ ਹਾਹ ਪੈ ਜਾਂਦੀ ਹੈ। ਰਾਜੇ ਮਹਾਰਾਜੇ ਦੂਜੀਆਂ ਜੂਨਾਂ ਵਿੱਚ ਤੁਰੇ ਫਿਰਦੇ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਮਸਤੂਆਣੇ ਵਾਲੇ ਇੱਕ ਵਾਰੀ ਕਿਸੇ ਨਗਰ ਵਿੱਚ ਖੜੇ ਸਨ, ਸੰਗਤ ਖੜੀ ਸੀ। ਇੱਕ ਮੱਝ ਨੇ ਕੱਟਾ ਖੜੀ ਨੇ ਛੱਡ ਦਿੱਤਾ, ਸੂਪੇ ਹੀ ਮੱਝ 'ਤੇ ਕੱਟਾ ਮਰ ਗਿਆ। ਮਹਾਂਪੁਰਸ਼ ਬਹੁਤ ਹੱਸੇ। ਸੰਗਤ ਪੁੱਛਣ ਲੱਗੀ ਮਹਾਰਾਜ ਤੁਸੀਂ ਹੱਸਦੇ ਆ? ਕਹਿਣ ਲੱਗਿਆ ਕੱਟਾ ਮੱਝ ਨੇ ਸੂਈ ਆ, ਕੱਟਾ ਮਰ ਗਿਆ। ਕਹਿੰਦੇ ਜੀ ਇਹ ਤਾਂ ਹੱਸਣ ਦਾ ਕਾਰਨ ਨਹੀਂ ਆ। ਕਹਿੰਦੇ ਇਹ ਕੱਟਾ ਮੀਰ ਮਨੂੰ ਆ, ਜਿਹੜਾ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਸੀ, ਇਹ ਕੱਟੇ ਦੀ ਜੂਨ 'ਚ ਪਿਆ। ਇਹਨੂੰ ਹੁਣ ਇਹ ਸਜ਼ਾ ਮਿਲੀ ਆ। ਵੱਡੇ ਵੱਡੇ ਹੰਕਾਰੀਆਂ ਨਾਨਕ ਗਰਭ ਗੜੇ, ਜਿਹੜੇ ਹੰਕਾਰ ਵਿੱਚ ਆ ਕੇ ਦੁਨੀਆ ਨੂੰ ਦੁਖੀ ਕਰਦੇ, ਉਹਨਾਂ ਦੇ ਕਹਿੰਦੇ ਇਹ ਹਾਲ ਹੁੰਦੇ ਆ। ਇਹਨਾਂ ਨੂੰ ਦੁਨੀਆ ਦੇਖਣੀ ਨਸੀਬ ਨਹੀਂ ਹੈ। ਹੁਣ ਇਹ ਮਰ ਗਿਆ, ਹੁਣ ਇਹ ਗਰਭ ਵਿੱਚ ਇਹਨੇ ਫੇਰ ਚਲੇ ਜਾਣਾ, ਕਿਸੇ ਨਾ ਕਿਸੇ ਪਸ਼ੂ ਦੇ, ਕਿਸੇ ਨਾ ਕਿਸੇ ਪੰਛੀ ਦੇ ਗਰਭ ਵਿੱਚ ਚਲੇ ਜਾਊਗਾ। ਇਹਨੂੰ ਦੁਨੀਆ ਦਿਸਣੀ ਹੀ ਨਹੀਂ ਹੈ, ਇਹ ਅੰਦਰ ਗਰਭ ਵਿੱਚ ਹੀ ਰਹਿਣਾ। ਇਹ ਸਜ਼ਾ ਇਹਨੂੰ ਮਿਲੀ ਹੈ। ਹਲਤ ਪਲਤ ਮੁਖ ਉਜਲ ਹੋਈ ਹੈ। ਅੱਗੇ ਦਰਗਾਹ ਵਿੱਚ ਵੀ ਤੇਰਾ ਸਤਿਕਾਰ ਕਹਿੰਦੇ ਹੋਊਗਾ, ਦੁਨੀਆ ਵੀ ਸਤਿਕਾਰ ਕਰਦੀ ਹੈ। ਮੱਤ ਭੁਲੇਖਾ ਕਿਸੇ ਨੂੰ ਰਵੇ, ਨਾਮ ਜਪਣ ਵਾਲਿਆਂ ਦਾ ਕੋਈ ਨਿਰਾਦਰ ਕਰਦਾ ਬਈ। ਪਿੰਡ ਵਿੱਚ ਸ਼ਹਿਰ ਵਿੱਚ ਕੋਈ ਮੰਦਰ ਵਿੱਚ ਜਾਂਦਾ, ਕੋਈ ਗੁਰਦੁਆਰੇ ਜਾਂਦਾ, ਜਿਹਦੇ ਵਿੱਚ ਕਮੀ ਕੋਈ ਹੋਊਗਾ ਉਹਦਾ ਤਾਂ ਨਿਰਾਦਰ ਕਰਨਗੇ ਹੀ ਲੋਕ। ਜਿਹਦੇ ਵਿੱਚ ਕਮੀ ਨਹੀਂ ਆ ਉਹਦਾ ਨਿਰਾਦਰ ਨਹੀਂ ਕਰਦੇ ਲੋਕ। ਚਾਹੇ ਕੋਈ ਵੀ ਧਰਮ ਹੈ, ਉਹਦਾ ਨਿਰਾਦਰ ਨਹੀਂ ਕਰਦੇ। ਜਿਹੜਾ ਭਾਵਨਾ ਨਾਲ ਸੇਵਾ ਕਰਦਾ, ਸਾਰੇ ਧਰਮਾਂ ਵਿੱਚ ਉਹਦਾ ਸਤਿਕਾਰ ਹੈ। ਹਲਤ ਪਲਤ ਮੁਖ ਉਜਲ ਹੋਈ ਹੈ। ਇੱਥੇ ਵੀ ਸਤਿਕਾਰ ਹੈ, ਮੋਹਰੇ ਵੀ ਦੁਨੀਆ ਸਤਿਕਾਰ ਕਰਦੀ ਹੈ।
ਰੇਰੇ ਦਰਗਾਹ ਕਹੀ ਨਾ ਕਹੂ, ਆਓ ਬੈਠਾ ਆਦਰ ਸੁਭ ਦਿਓ। ਦਰਗਾਹ ਵਿੱਚ ਕੋਈ ਨਹੀਂ ਕਹੋ ਕਿੱਥੇ ਨੂੰ ਚੱਲਿਆ, ਜਾਣਦੇ ਹੀ ਆ ਸਾਰੇ। ਕਹਿੰਦੇ ਸਤਿਕਾਰ ਦੇਊਗੇ। ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਉਸ ਕਰਨਹਾਰ ਪਰਮੇਸ਼ਰ ਨੂੰ ਜਿਹੜਾ ਦਿਸਦਾ ਨਹੀਂ ਹੈ, ਉਹ ਤਾਂ ਉਹਨੂੰ ਜਪੀ ਇੱਕ ਚੀਜ਼ ਦੀਦੀ ਨਹੀਂ ਹੈ, ਹੈਗੀ ਹੈ। ਉਹ ਹਵਾ ਹੈ, ਹਵਾ ਤੁਹਾਨੂੰ ਦਿਸਦੀ ਥੋੜ੍ਹਾ ਵਾ। ਤੁਸੀਂ ਹਵਾ ਨੂੰ ਫੜ ਲਓਗੇ, ਕੋਈ ਵੀ ਕੋਈ ਕਹੇ ਇਹ ਤਾਂ ਲੱਗਦਾ ਵੀ ਹਵਾ ਚੱਲਦੀ ਹੈ ਜਾਂ ਬੰਦ ਹੈ, ਹਵਾ ਦਿਸਦੀ ਤਾਂ ਕਿਸੇ ਨੂੰ ਨਹੀਂ ਨਾ। ਗਰਮੀ ਸਰਦੀ ਹੈ ਤੁਹਾਡੇ ਸਰੀਰ ਨੂੰ ਸਪਰਸ਼ ਕਰਦੀ ਹੈ, ਦਿਸਦੀ ਤਾਂ ਨਹੀਂ ਨਾ ਹੈ। ਇਹ ਇੱਕ ਸਰੀਰ ਨੂੰ ਸਪਰਸ਼ ਕਰਦੀ ਹੈ। ਇਸ ਤਰ੍ਹਾਂ ਰੱਬ ਦੀ ਇੱਕ ਸ਼ਕਤੀ ਹੈ, ਉਹ ਆਤਮਾ ਨੂੰ ਸਪਰਸ਼ ਕਰਦੀ ਹੈ। ਉਹ ਆਤਮਾ ਫਿਰ ਅੰਦਰ ਦੱਸਦੀ ਹੈ, ਜੇ ਸ਼ਾਂਤ ਹੋ ਜਾਂਦੀ, ਉਹ ਕਹਿੰਦਾ ਰੱਬ ਦਾ ਕਿਰਪਾ ਹੋ ਗਈ ਮੇਰੇ 'ਤੇ, ਅੰਦਰੋਂ ਸ਼ਾਂਤ ਹੋ ਗਿਆ। ਉਹ ਜਿੱਦਾਂ ਹਵਾ ਠੰਡੀ ਲੱਗਦੀ ਸਰੀਰ ਨੂੰ ਠੰਡਾ ਕਰਦੀ ਹੈ, ਇੱਦਾਂ ਹੀ ਰੱਬ ਦੀ ਇੱਕ ਸ਼ਕਤੀ ਹੈ ਜਿਹੜੀ ਦਿਸਦੀ ਨਹੀਂ ਹੈ, ਉਹਨੂੰ ਅਨੁਭਵ ਕੀਤਾ ਜਾਂਦਾ। ਉਹ ਸਰੀਰ ਨੂੰ ਅਨੁਭਵ ਜਦੋਂ ਮਨੁੱਖ ਨੂੰ ਹੁੰਦਾ, ਫਿਰ ਉਹ ਦੱਸ ਨਹੀਂ ਸਕਦਾ ਦੂਜੇ ਨੂੰ ਕੀ ਸਵਾਦ ਹੈ ਇਹਦਾ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਗੂੰਗਾ ਬੰਦਾ ਗੁੜ ਖਾ ਲੈਂਦਾ, ਉਹਨੂੰ ਪੁੱਛੋ ਵੀ ਕਿੱਦਾਂ ਦਾ, ਉਹ ਨੱਚਦਾ ਟੱਪਦਾ ਤਾਂ ਹੋਊਗਾ, ਖੁਸ਼ ਤਾਂ ਹੋਊਗਾ, ਦੱਸ ਨਹੀਂ ਸਕਦਾ ਵੀ ਬਹੁਤ ਮਿੱਠਾ। ਇਹ ਜਿਹੜੀ ਰੱਬ ਦੀ ਹਸਤੀ ਹੈ, ਨਾ ਦਿਸਣ ਵਾਲਾ ਨਿਰੰਕਾਰ ਵਿਸ਼ਵਾਸ ਕਰਨਾ ਪੈਂਦਾ। ਉਹਦੇ ਵਿੱਚ ਉਹਨੂੰ ਕਹਿੰਦੇ ਜਪਣਾ ਕਰ, ਦਿਸਦਾ ਭਾਵੇਂ ਨਹੀਂ ਆ। ਨਿਤ ਧਿਆਈਏ ਹਰ ਪੁਰਖ ਨਿਰੰਜਨਾ। ਉਸ ਕਰਨਹਾਰ ਪਰਮੇਸ਼ਰ ਨੂੰ ਰੋਜ਼ ਧਿਆਈਏ। ਹੈਗਾ ਹੈ, ਉਹ ਤੇਰੇ ਨਾਲ ਹੀ ਆ, ਹਰੇਕ ਪੁਰਸ਼ ਦੇ ਅੰਦਰ ਬੈਠਾ। ਮਤ ਭੁਲੇਖਾ ਕਿਸੇ ਨੇ ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਸਾਰੀ ਸ੍ਰਿਸ਼ਟੀ ਵਿੱਚ ਪਰਮੇਸ਼ਰ ਹੈ, ਜਿਹਦੇ ਵਿੱਚੋਂ ਨਿਕਲ ਜਾਂਦਾ ਉਹ ਮਰ ਜਾਂਦਾ। ਜਿਹਦੇ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ, ਜੀਵ ਆਤਮਾ, ਉਹ ਮਰ ਜਾਂਦਾ। ਉਹਦੀ ਸਤਾ ਇੱਕ ਜੁੜੀ ਹੋਈ ਹੈ। ਲਾਟੂ ਲੱਗੇ ਨੇ ਕਮਰਿਆਂ ਦੇ ਅੰਦਰ, ਉਹਨਾਂ ਦੇ ਵਿੱਚੋਂ ਜਿਹੜਾ ਤੁਸੀਂ ਲਾਟੂ ਤਾਰ ਪਿੱਛੋਂ ਕੱਢ ਦਿੰਦੇ ਹੋ ਬੁੱਝ ਜਾਂਦਾ, ਕਮਰੇ 'ਚ ਹਨੇਰਾ ਹੋ ਜਾਂਦਾ। ਇੱਦਾਂ ਹੀ ਇਹ ਹੈ, ਜਿਸ ਬੰਦੇ ਦੀ ਉਹਦੀ ਮੌਤ ਹੋ ਜਾਂਦੀ ਹੈ, ਉਹ ਸਰੀਰ ਰਹਿ ਜਾਂਦਾ ਇਕੱਲਾ, ਵਿੱਚੋਂ ਆਤਮਾ ਨਿਕਲ ਜਾਂਦੀ ਹੈ ਉਹਦੀ, ਮੇਰੀ ਪਰਮੇਸ਼ਰ ਦੀ ਅੰਸ਼ ਹੈ। ਨਿਤ ਧਿਆਈਏ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਪਿਆ ਤੈ ਅਪਾਦ ਗਤ ਕੀਨੀ। ਅਪਾਦ ਗਤ ਹੁੰਦੀ ਇੱਕ ਆਦਿ ਵਿਆਦ ਅਪਾਦ। ਆਦਿ ਹੁੰਦੀ ਹੈ, ਕਈ ਵਾਰੀ ਮਨੁੱਖ ਕਰਮ ਕਰਦਾ, ਕਰਮ ਕਰਦਿਆਂ ਸੱਟ ਲੱਗ ਜਾਂਦੀ ਹੈ। ਵਿਆਧੀ ਹੁੰਦੀ ਹੈ, ਕਈ ਵਾਰ ਸਰੀਰ 'ਚ ਵਿਆਧੀ ਆ ਜਾਂਦੀ ਹੈ, ਉਹਦਾ ਇਲਾਜ ਨਹੀਂ ਹੁੰਦਾ। ਕਹਿੰਦੇ ਵੀ ਵਿਆਧੀ ਐਸੀ ਸਰੀਰ ਦੇ ਵਿੱਚ ਵਿਆਧ। ਅਪਾਦ ਹੁੰਦੀ ਜਿਹੜੀ ਉੱਪਰੋਂ ਹੀ ਆ ਕੇ ਕੋਈ ਵਿਪਤਾ ਪੈ ਜਾਵੇ, ਉਹ ਵਿਪਤਾ ਤੋਂ ਬਚਣ ਵਾਸਤੇ ਜਿਹੜੀ ਜਦੋਂ ਜਮ ਆਉਂਦੇ ਦੱਸਦੇ ਨਹੀਂ ਕਿੱਥੋਂ ਆਏ ਕਿੱਥੇ ਨੂੰ ਚੱਲੇ ਆ। ਇਹ ਹੁੰਦੀ ਅਪਾਦਗਤ। ਅਪਾਦਗਤ ਹੁੰਦੀ ਹੈ ਜਦੋਂ ਬੰਦੇ ਨੂੰ ਕੋਈ ਹੱਥ ਲਾਊਗਾ, ਦੱਸ ਕੇ ਲਾਊਗਾ ਮੈਂ ਕੌਣ ਹੈ। ਇਹ ਨਹੀਂ ਵੀ ਬਿਨਾਂ ਚੁੱਪ ਚਪੀਤੇ ਨੂੰ ਫੜ ਕੇ ਲੈ ਜਾਊਗਾ। ਫਰੀਦਾ ਦੋ ਦਿਨੀ ਬੰਦੀ ਵੀ ਬਲੰਦੀਆਂ, ਮਲਕ ਬੈਠਾ ਆਏ, ਗੜ ਲੀਤਾ ਕੱਟ ਲੁੱਟਿਆ, ਦੀਵੜੇ ਗਿਆ ਬਜਾਏ। ਸਾਹਮਣੇ ਅੱਖਾਂ ਦੇ ਬੰਦੇ ਆ ਜਾਂਦੇ, ਚੱਕ ਕੇ ਲੈ ਜਾਂਦੇ, ਇਹਨੂੰ ਬੋਲਣ ਵੀ ਨਹੀਂ ਦਿੰਦੇ। ਭਾਵੇਂ ਰਾਜਾ ਹੋਵੇ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਬਾਚੀਏ, ਵੈ ਲੇਖਾ ਕਰ ਸਮਝਾਇਆ। ਤਾਂ ਸਤਿਗੁਰੂ ਜੀ ਕਹਿੰਦੇ ਜੈ ਹਰ ਸਿਮਰਨ ਪਿਆ ਤੈਂ ਅਪਾਦ ਗਤ ਕੀਨੀ। ਬਹੁਤ ਵੱਡੀ ਗਤੀ ਹੈ, ਜਿਹੜਾ ਤੈਨੂੰ ਕੋਈ ਹੱਥ ਨਾ ਲਾਊ, ਐਡੀ ਵੱਡੀ ਗਤੀ ਤੈਨੂੰ ਕੋਈ ਦੁਨੀਆ ਦੇ ਵਿੱਚ, ਕਿਉਂਕਿ ਸਾਰੇ ਤਾਂ ਉਹਦੇ ਹੁਕਮ ਵਿੱਚ ਹੈ। ਜਾਂ ਤੂੰ ਉਹਦੇ ਨਾਲ ਤੇਰਾ ਮਿੱਤਰਚਾਰਾ ਹੋ ਜਾਣਾ, ਸਾਰੇ ਤਾਂ ਉਹ ਤੋਂ ਡਰਦੇ ਆ। ਅੱਗ ਵੀ ਅੱਗ ਉਹਨੂੰ ਸਾੜਦੀ ਨਹੀਂ ਹੈ, ਪਾਣੀ ਉਹਨੂੰ ਡੋਬਦਾ ਨਹੀਂ ਹੈ। ਅਤੇ ਇਸੇ ਤਰ੍ਹਾਂ ਇਹ ਜਿਹੜੇ ਚੀਜ਼ਾਂ ਜਿਹੜੀਆਂ ਉਹਦੇ ਹੁਕਮ ਦੇ ਅੰਦਰ ਹੈ, ਉਹਨੂੰ ਫਿਰ ਪੋਹ ਨਹੀਂ ਸਕਦੀਆਂ। ਕਈ ਬੰਦੇ ਜਾਲੇ ਡੁੱਬੇ ਤਸਕਰ ਨਹੀਂ ਲੇਵੇ, ਪਾਹੇ ਨੇ ਸਾਕੇ ਜਾਲੇ। ਅੱਗ ਜਾਲਦੀ ਨਹੀਂ ਹੈ, ਪਾਣੀ ਵਿੱਚੋਂ ਡੁੱਬਦਾ ਨਹੀਂ ਹੈ, ਕਿਉਂਕਿ ਉਹਦੇ ਹੁਕਮ ਵਿੱਚ ਹੈ ਸਾਰੀ। ਉਪਾਦ ਗਤੀ ਹੈ ਕਿ ਜਿਹੜੀ ਉਸ ਮਨੁੱਖ ਨੂੰ ਸੰਸਾਰ ਦੇ ਵਿੱਚ ਕੋਈ ਕਿੱਡਾ ਵੀ, ਪ੍ਰਹਲਾਦ ਨੂੰ ਕੋਈ ਕਹਿ ਸਕਿਆ। ਛੋਟਾ ਜਿਹਾ ਬੱਚਾ 5 ਸਾਲਾਂ ਦਾ, ਉਹਦੇ ਬਾਪ ਨੇ ਉਹਨੂੰ ਮਾਰਿਆ ਵੀ, ਅੱਗ ਵਿੱਚ ਵੀ ਲੈ ਕੇ ਬੈਠੇ, ਪਰ ਉਹ ਮਰਿਆ ਤਾਂ ਨਹੀਂ, ਨਾ ਉਹ ਡਰਿਆ ਵੀ ਨਹੀਂ। ਉਹ ਉਪਾਦ ਗਤੀ ਪ੍ਰਹਲਾਦ ਨੂੰ ਪ੍ਰਾਪਤ ਹੋਈ ਹੈ। ਉਪਾਦ ਗਤੀ ਧਰੂ ਨੂੰ ਪ੍ਰਾਪਤ ਹੋਈ ਹੈ। ਜਿਹਨੇ ਧਰੂ ਨੇ ਹਵਾ ਰੋਕ ਲਈ, ਸਾਹ ਰੋਕ ਲਿਆ, ਸਾਰੀ ਦੁਨੀਆ ਦਾ ਸਾਹ ਰੁਕ ਗਿਆ। ਉੱਥੇ ਭਗਵਾਨ ਨੂੰ ਪਹੁੰਚਣਾ ਪਿਆ, ਫਿਰ ਧਰੂ ਦੇ ਕੋਲ ਜਾ ਕੇ ਉਹਦੀ ਸਮਾਧੀ ਖਿਲਾਉਣੀ ਪਈ। ਇਹ ਸਤਯੁਗ ਵਿੱਚ ਦੋਏ ਛੋਟੇ ਛੋਟੇ ਬੱਚੇ ਹੋਏ ਆ, ਜਿਨ੍ਹਾਂ ਦਾ ਜ਼ਿਕਰ ਹੁਣ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ। ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ। ਤਾਂ ਭਾਈ ਉਪਾਦ ਗਤੀ ਹੁੰਦੀ ਹੈ, ਬਹੁਤ ਵੱਡੀ ਗਤੀ ਹੈ ਸੰਸਾਰ ਦੇ ਵਿੱਚ, ਇਹਦੇ ਬਰਾਬਰ ਕੋਈ ਹੋਰ ਨਹੀਂ ਹੈ। ਉਪਾਦ ਗਤ ਕੀਨੀ ਵੱਡ ਭਾਗੀ ਹਰ ਜਪਣਾ। ਬਹੁਤ ਵੱਡੇ ਭਾਗ ਹੁਣ ਤਾਂ ਮਨੁੱਖ ਜਪਦਾ ਨੇ, ਜਪਦਾ ਨਹੀਂ। ਸਾਰੀ ਦਿਹਾੜੀ ਗੱਲਾਂ ਕਰੀ ਜਾਵੇ, ਥੱਕਦਾ ਨਹੀਂ ਹੈ। ਗੁਟਕਾ ਫੜ ਲਵੇ, ਰੱਬ ਦਾ ਨਾਮ ਜਪਣਾ, ਛੇਤੀ ਥੱਕ ਜਾਂਦਾ। ਕਹਿੰਦੇ ਵੱਡ ਭਾਗੀ ਹਰ ਜਪਣਾ। ਬਹੁਤ ਵੱਡੇ ਭਾਗ ਜਿਨ੍ਹਾਂ ਦੇ ਹੁੰਦੇ ਆ, ਉਹ ਜਪਦੇ ਆ, ਉਹਨੂੰ ਪ੍ਰੇਮ ਕਰਦੇ ਆ, ਉਹਦੇ ਨਾਲ
ਹਰ ਵੇਲੇ ਉਹਨੂੰ ਯਾਦ ਰੱਖਦੇ ਆ। ਯਾਦ ਉਹਨੂੰ ਰੱਖੀਦਾ ਜਿਹੜੀ ਜ਼ਿਆਦਾ ਚੀਜ਼ ਪ੍ਰੇਮੀ, ਜਿੰਨਾ ਜ਼ਿਆਦਾ ਪ੍ਰੇਮ ਹੁੰਦਾ ਉਹ ਧਿਆਨ ਵਿੱਚ ਹੀ ਰਹਿੰਦਾ। ਜਿਹੜੀ ਜ਼ਿਆਦਾ ਚੀਜ਼ ਪ੍ਰੇਮੀ ਆ, ਮਹਾਂਪੁਰਸ਼ਾਂ ਨੂੰ ਇੱਕ ਵਾਰੀ ਕਿਸੇ ਨੇ ਕਿਹਾ ਜੀ ਰੱਬ ਦਾ ਨਾਮ ਚੇਤਾ ਨਹੀਂ ਰਹਿੰਦਾ। ਕਹਿੰਦੇ ਤੇਰਾ ਪ੍ਰੇਮ ਨਹੀਂ ਆ। ਕਹਿੰਦਾ ਜੀ ਪ੍ਰੇਮ ਤਾਂ ਬਹੁਤ ਕਰਦੇ ਆ ਪਰ ਚੇਤਾ ਹੀ ਨਹੀਂ ਰਹਿੰਦਾ। ਕਹਿੰਦੇ ਪੈਸੇ ਦੱਬੇ ਹੋ ਆ ਕੇ? ਤਾਂ ਕਹਿੰਦਾ ਹਾਂਜੀ। ਕਹਿੰਦੇ 24 ਘੰਟੇ ਧਿਆਨ ਉੱਥੇ ਰਹਿੰਦਾ ਨਾ? ਕਹਿੰਦਾ ਹਾਂਜੀ। ਕਹਿੰਦੇ ਜਿਹੜੀ ਚੀਜ਼ ਨਾਲ ਜ਼ਿਆਦਾ ਪ੍ਰੇਮ ਆ ਉੱਥੇ ਤੇਰਾ ਧਿਆਨ ਰਹਿਣਾ। ਕੋਈ ਕਿਸੇ ਦਾ, ਬੰਦੇ ਦਾ, ਬੀਬੀ ਦਾ ਪ੍ਰੇਮ ਹੈ, ਕਈ ਬੰਦਿਆਂ ਦਾ ਆਪਸ ਵਿੱਚ ਪ੍ਰੇਮ ਹੈ, ਇੱਕ ਦੂਜੇ ਨੂੰ ਧਿਆਨ ਵਿੱਚ ਹੀ ਰੱਖਦੇ ਆ। ਇਸੇ ਤਰ੍ਹਾਂ ਜਿਹਨਾਂ ਰੱਬ ਦਾ ਪ੍ਰੇਮ ਹੈ, ਵਡਭਾਗੀ ਹਰ ਜਪਣਾ, ਬਹੁਤ ਵੱਡੇ ਭਾਗ ਹੈ, ਉਹ ਇੱਧਰ ਨੂੰ ਤੁਰਦੇ ਆ, ਉਹ ਰੱਬ ਨੂੰ ਚੇਤੇ ਕਰਦੇ ਆ। ਜਾਂ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਗੁਰੂ ਰਾਮਦਾਸ ਮਹਾਰਾਜ ਚੌਥੇ ਗੁਰੂ ਨਾਨਕ। ਅੱਜ ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਗੁਰੂ ਰਾਮਦਾਸ ਮਹਾਰਾਜ ਦਾ ਸਥਾਨ ਦੁਨੀਆ ਵਿੱਚ ਅਜੂਬਾ ਹੈ। ਦੁਨੀਆ ਬਾਹਰਲੇ ਮੁਲਕ ਵੀ ਦੇਖਣ ਆਉਂਦੇ ਆ। ਜਿਨ੍ਹਾਂ ਨੂੰ ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਸਗਨ ਪਾਇਆ ਸੀ ਗੁਰੂ ਅਮਰਦਾਸ ਮਹਾਰਾਜ ਨੇ ਗੋਂਦਵਾਲ ਦੀ ਧਰਤੀ 'ਤੇ, ਗੁਰੂ ਰਾਮਦਾਸ ਮਹਾਰਾਜ ਘੁੰਗਣੀਆਂ ਛੋਲਿਆਂ ਨੂੰ ਲੂਣ ਲਾ ਕੇ ਵੇਚਦੇ ਸੀ, ਬੈਠ ਕੇ ਇੱਕ ਛਾਬੜੀ ਵਿੱਚ ਰੱਖ ਕੇ, ਕਾਗਜ਼ਾਂ ਵਿੱਚ ਪਾ ਕੇ ਥੋੜ੍ਹੇ ਥੋੜ੍ਹੇ ਪੈਸੇ ਲੈ ਕੇ ਵੇਚਦੇ ਸੀ। ਤਾਂ ਜਦੋਂ ਮਾਤਾ ਜੀ ਨੇ ਗੁਰੂ ਅਮਰਦਾਸ ਮਹਾਰਾਜ ਨੂੰ ਕਿਹਾ ਲੜਕੀ ਦੀ ਸ਼ਾਦੀ ਕਰਨੀ ਹੈ, ਕਹਿੰਦੇ ਕੋਈ ਨਹੀਂ ਕਰ ਦਿੰਦੇ ਆ। ਕਹਿੰਦੇ ਮੁੰਡਾ ਮਹਾਰਾਜ ਇੱਦਾਂ ਦਾ ਹੋਣਾ ਚਾਹੀਦਾ ਜਿੱਦਾਂ ਦਾ ਮੁੰਡਾ ਹੈ ਬੈਠਾ। ਕਹਿੰਦੇ ਇਹਦੇ ਵਰਗਾ ਤਾਂ ਇਹੀ ਆ, ਫਿਰ ਇਹਦੇ ਵਰਗਾ ਤਾਂ ਹੋਰ ਕੋਈ ਹੈ ਨਹੀਂ। ਜਿਨ੍ਹਾਂ ਦਾ ਆਪਣਾ ਘਰ ਵੀ ਨਹੀਂ ਸੀ, ਕਿਰਾਏ 'ਤੇ ਬੈਠੇ ਸੀ ਗੁਰੂ ਰਾਮਦਾਸ ਮਹਾਰਾਜ। ਉਹਨਾਂ ਦੀ ਨਾਨੀ ਲੈ ਕੇ ਆਈ ਸੀ, ਮਾਤਾ ਪਿਤਾ ਚੜ੍ਹਾਈ ਕਰ ਗਏ, ਨਾਨੀ ਲੈ ਕੇ ਆਪਣੇ ਘਰ ਨੂੰ ਆ ਗਈ। ਉੱਥੇ ਛਾਬੜੀ ਲਾ ਕੇ ਦੇਣੀ, ਪੁੱਤ ਥੋੜ੍ਹੇ ਪੈਸੇ ਲਿਆ ਕਰ, ਆਪਾਂ ਗੁਜ਼ਾਰਾ ਕਰ ਲਿਆ ਕਰਾਂਗੇ। ਉਹ ਗੁਜ਼ਾਰਾ ਕਰਦੇ ਰਹੇ ਵਿਚਾਰੇ। ਗੁਰੂ ਅਮਰਦਾਸ ਮਹਾਰਾਜ ਨੇ ਬੀਬੀ ਭਾਨੀ ਦਾ ਸਗਨ ਗੁਰੂ ਰਾਮਦਾਸ ਮਹਾਰਾਜ ਨੂੰ ਪਾ ਦਿੱਤਾ। ਸ਼ਹਿਰ ਦੇ ਲੋਕ ਇਕੱਠੇ ਹੋ ਕੇ ਗਏ ਮਹਾਰਾਜ ਉਹ ਮੁੰਡੇ ਦਾ ਤਾਂ ਆਪਣਾ ਘਰ ਵੀ ਹੈ ਨਹੀਂ, ਕਿਰਾਏ 'ਤੇ ਰਹਿੰਦੇ ਆ, ਐਡਾ ਵੱਡਾ ਤੁਹਾਡਾ ਘਰ ਹੈ, ਤੁਸੀਂ ਕੁੜੀ ਉਹ ਮੁੰਡੇ ਨੂੰ ਵਿਆਹਤੀ ਹੈ ਮਹਾਰਾਜ, ਮੰਗ ਦਿੱਤੀ ਹੈ। ਉਹ ਦੇਖੋ ਕੀ ਕਾਰੋਬਾਰ ਹੈ, ਛੋਲੇ ਥੋੜ੍ਹੇ ਜਿਹਾ ਭੁੰਨ ਕੇ ਉਹ ਉਬਾਲ ਕੇ ਲਿਆਉਂਦਾ ਅਤੇ ਉਹ ਇੱਥੇ ਵੇਚਦਾ। ਆਪਣਾ ਘਰ ਹੈ ਨਹੀਂ, ਖਾਣ ਨੂੰ ਮਾਰਾ ਉਹਦੇ ਕੋਲ ਰੋਟੀ ਹੈ ਨਹੀਂ, ਮਨ ਭਾਉਂਦੀਆਂ ਚੀਜ਼ਾਂ ਉਹਨਾਂ ਨੂੰ ਮਿਲਦੀਆਂ ਨਹੀਂ, ਤੁਸੀਂ ਕੁੜੀ ਕਿੱਥੇ ਮੰਗ ਦਿੱਤੀ। ਗੁਰੂ ਅਮਰਦਾਸ ਮਹਾਰਾਜ ਨੇ ਥਾਵਿਆਂ ਦੇ ਥਾਵ, ਨਿਓਟਿਆਂ ਦੀ ਓਟ ਆਪਣੀ ਰਸਨਾ ਤੋਂ ਕਹਿਣ ਲੱਗੇ, ਉਹ ਭੋਲਿਓ, ਇਹ ਮੁੰਡੇ ਵਰਗਾ ਤਾਂ ਘਰ ਦੁਨੀਆ ਵਿੱਚ ਕਿਸੇ ਦਾ ਘਰ ਨਹੀਂ ਹੈ। ਦੁਨੀਆ ਵਿੱਚ ਅੱਜ ਗੁਰੂ ਰਾਮਦਾਸ ਮਹਾਰਾਜ ਵਰਗਾ ਘਰ ਕਿਸੇ ਦਾ ਵੀ ਨਹੀਂ ਹੈ। ਜਿਹਨੂੰ ਰਾਵਣ ਨੂੰ ਸੋਨੇ ਦੀ ਲੰਕਾ ਕਹਿੰਦੇ ਸੀ, ਸੋਨੇ ਦੀ ਲੰਕਾ 'ਚ ਇੰਨੀ ਦੁਨੀਆ ਨਹੀਂ ਜਾਂਦੀ ਸੀ ਜਿੰਨੀ ਗੁਰੂ ਰਾਮਦਾਸ ਮਹਾਰਾਜ ਦੇ ਸਥਾਨ 'ਤੇ ਲੱਖਾਂ ਦੁਨੀਆ ਜਾਂਦੀ ਆ। ਸਾਹਿਬ ਕਹਿਣ ਲੱਗੇ, ਉਹ ਭੋਲਿਓ, ਜਿਹਨੂੰ ਤੁਸੀਂ ਕਹਿੰਦੇ ਰੋਟੀ ਨਹੀਂ ਨਸੀਬ ਹੁੰਦੀ, ਇਹਦੇ ਲੰਗਰ ਦੇ ਵਿੱਚੋਂ ਲੱਖਾਂ ਦੁਨੀਆ ਪ੍ਰਸ਼ਾਦੇ ਛਕ ਕੇ ਜਾਇਆ ਕਰੂਗੀ, ਲੱਖਾਂ ਦੁਨੀਆ ਨੂੰ ਪ੍ਰਸ਼ਾਦੇ ਛਕਾਊਗਾ। ਅੱਜ ਗੁਰੂ ਰਾਮਦਾਸ ਮਹਾਰਾਜ ਦਾ ਲੰਗਰ ਦੇਖੋ, ਲੱਖਾਂ ਦੀ ਤਾਦਾਦ ਵਿੱਚ ਦੁਨੀਆ ਉੱਥੇ ਪ੍ਰਸ਼ਾਦੇ ਛਕਦੀ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਮਿਹਰ ਹੈ। ਉਹ ਕਿਸੇ 'ਤੇ ਵੀ ਕਰ ਦੇਵੇ। ਜਿਨ੍ਹਾਂ ਨੇ ਭਾਵਨਾ ਨਾਲ ਸੇਵਾ ਕੀਤੀ ਉਹਨਾਂ ਨੂੰ ਗੁਰੂ ਨੇ ਬਖਸ਼ਿਸ਼ਾਂ ਦੇ ਦਿੱਤੀਆਂ। ਤਾਂ ਵਡਭਾਗੀ ਜਾਂ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ। ਕਹਿੰਦੇ ਸਾਨੂੰ ਇਹ ਮਤ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਗੁਰੂ ਨੇ ਦਿੱਤੀ ਹੈ। ਪਰਮੇਸ਼ਰ ਨੂੰ ਜਪ ਕੇ ਭਵ ਜਲ ਤਾਂ ਤਰੋਂਗੇ ਹੀ, ਸਾਰੇ ਸੁੱਖ ਤੁਹਾਨੂੰ ਪ੍ਰਾਪਤ ਹੋ ਜਾਣਗੇ। ਇਸ ਪਰਿਵਾਰ ਨੇ ਸੇਵਾ ਕੀਤੀ ਹੈ। ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋ ਵਾਲੀਏ, ਜਿਨ੍ਹਾਂ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਲਿਖਤ ਵਿੱਚ ਲਿਖ ਕੇ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੇਂ ਹੋ ਕਰੋ ਨਿਵਾਸ। ਇਹ ਕਹਿੰਦੇ ਮੇਰੇ ਰੂਪ ਨੇ ਖਾਸ। ਔਰ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਪਣੀ ਲਿਖਤ ਲਿਖ ਗਏ, ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਤਾਸ ਮੈਂ ਮੋਹ ਮੈਂ ਰੰਚਕ ਨਾਹੀ ਭੇਦ। ਇਹਨਾਂ ਦਾ ਮੇਰਾ ਮਾੜਾ ਮੋਟਾ ਵੀ ਭੇਦ ਨਹੀਂ, ਮੇਰੇ ਵਰਗੇ ਹੀ ਹੈ। ਉਹ ਰੂਪ ਇੱਕ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ। ਦੁਆਬੇ ਦੀ ਧਰਤੀ ਨੂੰ ਵੱਡਾ ਮਾਣ ਹੈ, ਵੱਡੇ ਵੱਡੇ ਮਹਾਤਮਾ ਇਸ ਧਰਤੀ 'ਤੇ ਹੋਏ ਹੈ। ਸ਼ੇਖ ਫਰੀਦ ਜੀ ਵਰਗੇ 36 ਵਰਸਾਂ ਦੁਆਬੇ ਦੀ ਧਰਤੀ 'ਤੇ ਬੰਦਗੀ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਭਰਥਰੀ ਦੀ ਸ਼ਾਦੀ ਕਰਨ ਵਾਸਤੇ ਕੰਢੀ ਦੇ ਇਲਾਕੇ ਵਿੱਚ ਰਾਜਾ ਮਾਲਦੇਵ ਦੀ ਲੜਕੀ ਨੂੰ ਵਿਆਹੁਣ ਵਾਸਤੇ ਆਏ ਸੀ। ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਹੁਰਾ ਪਿੰਡ ਵੀ ਹੁਸ਼ਿਆਰਪੁਰ ਦੀ ਧਰਤੀ ਬਜਵਾੜਾ ਸ਼ਹਿਰ ਹੈ। ਹੋਰ ਵੀ ਵੱਡਾ ਮਾਣ ਹੈ ਇਸ ਦੁਆਬੇ ਦੀ ਧਰਤੀ ਨੂੰ। ਕਿੰਨੇ ਕੁ ਗਿਣ ਦਈਏ। ਜਦੋਂ ਬਬਰ ਲਹਿਰ ਉੱਠੀ ਹੈ, ਸਭ ਤੋਂ ਜ਼ਿਆਦਾ ਬਬਰ ਲਹਿਰ ਹੁਸ਼ਿਆਰਪੁਰ ਦੀ ਧਰਤੀ 'ਤੇ ਉੱਠੀ ਹੈ। ਜਦੋਂ ਅੰਗਰੇਜ਼ ਹਿੰਦੁਸਤਾਨ ਦੀ ਧਰਤੀ 'ਤੇ 100 ਸਾਲ 102.5 ਸਾਲ ਰਾਜ ਕੀਤਾ ਅੰਗਰੇਜ਼ ਨੇ, ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਸਨ। ਔਰ ਬਬਰ ਲਹਿਰ ਵੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚੋਂ ਉੱਠੀ ਹੈ।
ਸੋ ਵੱਡਾ ਮਾਣ ਹੈ ਹੁਸ਼ਿਆਰਪੁਰ ਜ਼ਿਲ੍ਹੇ ਨੂੰ। ਉਹਨਾਂ ਮਹਾਂਪੁਰਸ਼ਾਂ ਦੀ ਸੇਵਾ ਪਰਿਵਾਰ ਨੇ ਕੀਤੀ ਹੈ। ਸ਼ਰਧਾ ਭਾਵਨਾ ਸੇਵਾ ਦਾ ਫਲ ਦੇਖ ਲਓ ਤੁਸੀਂ। ਜੇ ਮਕਾਨ ਮਿਲ ਗਿਆ, ਕਮੀ ਤਾਂ ਹੋਰ ਚੀਜ਼ਾਂ ਦੀ ਵੀ ਹੈ ਨਹੀਂ, ਜੋ ਮਰਜ਼ੀ ਲੈ ਲੈਣ। ਉਹ ਜਿਹੜਾ ਭਾਵਨਾ ਨਾਲ ਗੁਰੂ ਦੀ ਸੇਵਾ ਕਰਦਾ, ਜਿਹੜਾ ਗੁਰੂ ਦੀ ਸ਼ਰਧਾ ਨਾਲ ਸੇਵਾ ਕਰਦਾ, ਉਦੋਂ ਗੁਰੂ ਕੋਈ ਇੱਛਾ ਉਹਦੀ ਰੱਖਦਾ ਨਹੀਂ ਹੈ। ਉਹਦੀ ਇੱਛਾ ਹਰੇਕ ਪੂਰੀ ਇੱਛਾ ਪੂਰਕ ਜੂ ਹੈ। ਅੰਦਰੇ ਬੈਠਾ ਉਹ ਇੱਛਾ ਜਿਹੜੀ ਬਣਾਉਂਦਾ ਹੈ। ਜੋ ਜੋ ਚਿਤਵੇ ਸਾਧ ਜਨ ਸੋ ਲੇਤਾ ਮਾਨ। ਜੋ ਵੀ ਚਿਤਵਦਾ ਉਹਨੂੰ ਉਹ ਚਿਤਾ ਅੰਦਰ ਚਿਤਵਦਾ, ਉਹਦੇ ਚਿਤਵਦਾ ਅੰਦਰੇ ਬੈਠਾ ਉਹਨੂੰ ਪੂਰੀ ਕਰ ਦਿੰਦਾ। ਸੋ ਸਾਰਿਆਂ ਦਾ ਧੰਨਵਾਦ ਹੈ ਪਰਿਵਾਰ ਵੱਲੋਂ। ਭਾਵੇਂ ਉਹ ਨੌਜਵਾਨ ਤਾਂ ਨਹੀਂ ਹਾਜ਼ਰ ਹੋ ਸਕੇ, ਉਹਨਾਂ ਦੀ ਮਜਬੂਰੀ ਹੈ, ਪਰ ਪਰਿਵਾਰ ਨੇ ਬੜੀ ਹਿੰਮਤ ਕੀਤੀ ਹੈ। ਇਸ ਕਰਕੇ ਉਹਨਾਂ ਨੇ ਸਾਰਿਆਂ ਨੂੰ ਭਾਈ ਸੱਦਾ ਪੱਤਰ ਦੇ ਕੇ ਪ੍ਰੇਮ ਦੇ ਨਾਲ, ਰਿਸ਼ਤੇਦਾਰ ਸਾਕ ਸੰਬੰਧੀ ਪ੍ਰੇਮ ਵਾਲੇ ਔਰ ਆਂਢ ਗੁਆਂਢ ਸਾਰਿਆਂ ਨੂੰ ਸੱਦਾ ਦਿੱਤਾ। ਉਹਨਾਂ ਵੱਲੋਂ ਸਾਰਿਆਂ ਦਾ ਧੰਨਵਾਦ ਹੈ ਜੀ। ਡੇਰਾ ਹਰਖੋਵਾਲ ਤੋਂ ਸੰਗਤ ਆਈ ਹੈ, ਬਹੁਤ ਸਾਰੀ ਸੰਗਤ। ਉਹਨਾਂ ਨੌਜਵਾਨਾਂ ਨਾਲ ਪ੍ਰੇਮ ਕਰਨ ਵਾਲੇ, ਕਿਉਂਕਿ ਉਹਨਾਂ ਨੇ ਸੇਵਾ ਬਹੁਤ ਕੀਤੀ ਉਸ ਸਥਾਨ 'ਤੇ, ਇਸ ਕਰਕੇ ਬਹੁਤ ਸੰਗਤ ਆਈ ਹੈ। ਪਾਠੀ ਸਿੰਘਾਂ ਨੂੰ ਬੇਨਤੀ ਹੈ ਕੜਾਹ ਪ੍ਰਸ਼ਾਦ ਦੀ ਦੇਗ ਵਰਤਾ ਦੇਣ, ਅਤੇ ਬਾਕੀ ਸੰਗਤ ਨੂੰ ਬੇਨਤੀ ਹੈ ਵੀ ਪਰਿਵਾਰ ਵੱਲੋਂ ਉਹਨਾਂ ਨੇ ਪ੍ਰਸ਼ਾਦਾ ਵੀ ਤਿਆਰ ਕੀਤਾ, ਉਹ ਵੀ ਛਕ ਕੇ ਜਾਣ ਦੀ ਗੁਰਮੁਖੋ ਉਹਨਾਂ ਦੀ ਬੇਨਤੀ ਪ੍ਰਵਾਨ ਕਰਿਓ। ਦਾਸ ਦੀ ਇੰਨੀ ਸੇਵਾ ਪ੍ਰਵਾਨ ਕਰਨੀ ਜੀ। ਸਾਰੇ ਹੁਣ ਇੱਕ ਵਾਰੀ ਰਸਨਾ ਪਵਿੱਤਰ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।